ਤੁਹਾਨੂੰ ਕੀ ਲੱਗਦਾ ਕਿ ਮੁੱਖ ਖਾਮੀਆਂ ਕੀ ਨੇ ਸਿੱਖਿਆ ਨੀਤੀ ਦੇ ਵਿੱਚ? ਕੇਂਦਰ ਦੀ ਸਰਕਾਰ ਬੜੇ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕਰ ਰਹੀ ਆ ਕਿ ਸਿੱਖਿਆ ਨੀਤੀ 2020 ਆ ਜਿਹੜੀ ਉਹ ਭਾਰਤ ਦੇ ਲੋਕਾਂ ਨੂੰ ਸਿੱਖਿਅਤ ਇਹ ਸਿੱਖਿਆ ਨੀਤੀ ਆ ਜਿਹੜੀ ਸਮੁੱਚੇ ਰੂਪ ਦੇ ਵਿੱਚ ਉਸ ਤਰਜ਼ ਤੇ ਬਣੀ ਆ ਕਿ ਇਸ ਸਿੱਖਿਆ ਨੀਤੀ ਦੇ ਰਾਹੀਂ ਕਾਰਪੋਰੇਟ ਜਿਹੜਾ ਸਿਸਟਮ ਜਿਹਨੂੰ 1991 ਤੋਂ ਬਾਅਦ ਵੱਖ-ਵੱਖ ਸਰਕਾਰਾਂ ਨੇ ਬੜਾ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਤੇ ਇਹ ਸਿੱਖਿਆ ਨੀਤੀ ਉਸ ਤਰਜ਼ ਤੇ ਬਣਨ ਨਾਲ ਸਿੱਧੇ ਰੂਪ 'ਚ ਨਜ਼ਰ ਆ ਰਿਹਾ ਹੈ ਕਿ ਇਸ ਸਿੱਖਿਆ ਨੀਤੀ ਹੈ ਜਿਹੜੀ ਸਾਡੀ ਪਬਲਿਕ ਸੈਕਟਰ ਦੀ ਸਿੱਖਿਆ ਨੂੰ ਜਿਹੜੀ ਸਰਕਾਰ ਦੇ ਪ੍ਰਵਿਊ 'ਚ ਹੋਣੀ ਚਾਹੀਦੀ ਆ ਉਹਨੂੰ ਕਾਰਪੋਰੇਟਾਂ ਦੇ ਹਵਾਲੇ ਕਰ ਰਹੀ ਹੈ। ਸਭ ਤੋਂ ਮੇਨ ਸਵਾਲ ਇਹ, ਜੇਕਰ ਕਾਰਪੋਰੇਟ ਘਰਾਣੇ ਦੇ ਹੱਥਾਂ ਦੇ ਵਿੱਚ ਸਿੱਖਿਆ ਹੀ ਚਲੀ ਗਈ ਤਾਂ ਫਿਰ ਉਹ ਸਾਡਾ ਜਿਹੜਾ ਵਿੱਦਿਆ ਜੋ ਕਦੇ ਮਿਸ਼ਨ ਹੁੰਦੀ ਸੀ ਉਹ ਵਪਾਰ ਨਾ ਬਣ ਜੂ। ਪਰ ਇਹ ਸਿੱਖਿਆ ਨੀਤੀ ਹੈ ਜਿਹੜੀ ਇਹ ਸਿੱਖਿਆ ਨੀਤੀ ਸਰਕਾਰੀ ਸਕੂਲਾਂ ਨੂੰ ਆਪਣੇ ਸਰਕਾਰ ਦੇ ਪ੍ਰਵਿਊ 'ਚੋਂ ਔਰ ਇਹਨਾਂ ਮਿਸ਼ਨਰੀ ਲੋਕਾਂ ਦੇ ਪ੍ਰਵਿਊ 'ਚੋਂ ਬਾਹਰ ਕੱਢ ਕੇ ਨਿਰੋਲ ਜਿਹੜਾ ਹੈਗਾ ਉਹ ਵਪਾਰਿਕ ਤੌਰ ਦੇ ਉੱਤੇ ਕਾਰਪੋਰੇਟ ਲੋਕਾਂ ਨੂੰ ਸੌਂਪਣ ਦੀ ਸਿੱਧੇ ਰੂਪ ਦੇ ਵਿੱਚ ਦਿਸ਼ਾ ਹੈ। ਸਕੂਲ ਆਫ ਐਮੀਨੈਂਸ ਦੀ ਗੱਲ ਚੱਲੀ ਹੈ, ਕੀ ਉਹ ਸਹੀ ਆ ਜਾਂ ਗਲਤ ਆ? ਪੰਜਾਬ ਦੇ ਵਿੱਚ ਲਗਭਗ ਜਿਹੜੇ 20,000 ਤੋਂ ਉੱਪਰ ਸਕੂਲ ਆ ਉਹਦੇ ਵਿੱਚੋਂ 117 ਸਕੂਲਾਂ 'ਚ ਕਿਵੇਂ ਮਤਲਬ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਰਾਹੀਂ ਦੇ ਕੇ ਤਾਂ ਸਾਰੇ ਪੰਜਾਬ ਨਾਲ ਕਿਵੇਂ ਇਨਸਾਫ ਹੋ ਸਕਦਾ ਹੈ? ਤੁਹਾਨੂੰ ਕੀ ਲੱਗਦਾ ਕਿ ਜਿਹੜੀ ਸਰਕਾਰ ਹੈ ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ ਆਪਣੇ ਇਲੈਕਸ਼ਨਾਂ ਤੋਂ ਪਹਿਲਾਂ ਕੀਤੀਆਂ ਗੱਲਾਂ ਜੋ ਰੈਲੀਆਂ ਦੇ ਵਿੱਚ ਅੱਡੀਆਂ ਚੁੱਕ ਕੇ ਵਾਅਦੇ ਕੀਤੇ ਗਏ ਸੀ ਜਾਂ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਗਈਆਂ ਸੀ, ਉਹਨਾਂ ਤੋਂ ਹੁਣ ਤੁਹਾਨੂੰ ਮਹਿਸੂਸ ਹੁੰਦਾ ਕਿ ਮੁੱਕਰਦੀ ਹੋਈ ਪ੍ਰਤੀਤ ਹੋ ਰਹੀ ਹੈ? ਹਾਂ, ਵਧਾਈ ਆ, ਉਹ ਤਾਂ ਉਹਨਾਂ ਦਾ ਬਹੁਤ ਵੱਡੀ ਲੁੱਟ ਹੋ ਰਹੀ ਸੀਗੀ ਪਿਛਲੇ ਸਮੇਂ, ਮਤਲਬ ਫਰੀਜ਼ ਹੋਇਆ ਸੀਗਾ ਉਹਨਾਂ ਦਾ। ਪਰ ਲੇਕਿਨ ਉਹਨਾਂ ਨੂੰ ਇਹ ਗੱਲ ਕਹਿ ਦੇਣੀ ਕਿ ਤੁਹਾਨੂੰ ਅਸੀਂ ਪੱਕਿਆਂ ਕਰਤਾ ਇੱਕ ਜੋ ਸਰਕਾਰੀ ਕਰਮਚਾਰੀ ਦੇ ਉੱਤੇ ਚਾਹੇ ਉਹਦਾ ਕੋਈ ਜਿਸ ਤਰ੍ਹਾਂ ਦੇ ਵੀ ਭੱਤੇ ਮਿਲਣੇ ਹੁੰਦੇ ਆ ਜਾਂ ਜੇ ਕਿਸੇ ਕਰਮਚਾਰੀ ਦੀ ਮੌਤ ਹੋ ਜਾਂਦੀ ਉਹ ਤੋਂ ਬਾਅਦ ਜਿਹੜੇ ਉਹਦੇ ਪਰਿਵਾਰ ਨੂੰ ਕੋਈ ਸਹੂਲਤਾਂ ਮਿਲਣੀਆਂ ਹੁੰਦੀਆਂ, ਉਹ ਸਾਰਾ ਕੁਝ ਆ ਜਿਹੜਾ ਇਸ ਤਰ੍ਹਾਂ ਦਾ ਉਹਦੇ ਵਿੱਚ ਨਹੀਂ ਹੈ। ਜਦੋਂ ਉਹ ਸਹੂਲਤਾਂ ਨਹੀਂ ਮਿਲਦੀਆਂ ਇੱਕ ਸਰਕਾਰੀ ਅਧਿਆਪਕ ਨੂੰ ਜਿਹੜੀਆਂ ਮਿਲਣੀਆਂ, ਤਾਂ ਫਿਰ ਅਸੀਂ ਕਿਵੇਂ ਮੰਨ ਲਈਏ ਵੀ ਇਹਨਾਂ ਨੂੰ ਮਤਲਬ ਸਰਕਾਰੀ ਸਿਸਟਮ ਦੇ ਵਿੱਚ ਇਹ ਸਰਕਾਰੀ ਤੌਰ ਤੇ ਪੱਕੇ ਕੀਤੇ? ਪਹਿਲੀ ਸਰਕਾਰ ਨੇ ਵੀ ਬਿਨਾਂ ਕੋਈ ਪ੍ਰੀ ਪ੍ਰਾਇਮਰੀ ਅਧਿਆਪਕ LKG UKG ਦੇ ਲਈ ਕੋਈ ਅਧਿਆਪਕ ਭਰਤੀ ਕਰੇ ਤੋਂ ਬਿਨਾਂ ਪੂਰਾ ਸਾਲ ਲੰਘਾ ਦਿੱਤੇ। ਹੁਣ ਮੌਜੂਦਾ ਸਰਕਾਰ ਆ ਜਿਹੜੀ ਉਹ ਵੀ ਪੋਜੀਸ਼ਨ ਇਹੀ ਆ ਕਿ ਮਤਲਬ ਕਲਾਸ ਵਾਈਜ਼ 7 ਕਲਾਸਾਂ ਨੂੰ 7 ਅਧਿਆਪਕ ਦੇਣ ਦੀ ਬਜਾਏ ਇੱਕ 2 ਅਧਿਆਪਕਾਂ ਨਾਲ ਹੀ ਜਿਹੜਾ ਕੰਮ ਆ ਚਲਾਇਆ ਜਾ ਰਿਹਾ ਹੈ। ਲਗਾਤਾਰ ਬਿਆਨ ਇਹ ਆ ਰਹੇ ਆ ਕਿ ਹੁਣ ਅਧਿਆਪਕ ਕੋਈ ਗੈਰ ਵਿਦਿਅਕ ਕੰਮ ਨਹੀਂ ਕਰਨਗੇ, ਪਰ ਪੋਜੀਸ਼ਨ ਜਿਉਂ ਦੀ ਤਿਉਂ ਆ ਜਿਵੇਂ ਪਹਿਲਾਂ ਸੀ ਉਸੇ ਤਰੀਕੇ ਦੇ ਨਾਲ ਅਧਿਆਪਕਾਂ ਤੋਂ BLO ਡਿਊਟੀ ਲਈ ਜਾਂਦੀ ਆ, ਉਸੇ ਤਰੀਕੇ ਦੇ ਨਾਲ ਜਿਹੜੇ ਹੋਰ ਕੋਈ ਗੈਰ ਵਿਦਿਅਕ ਕੰਮ ਆ ਅਧਿਆਪਕਾਂ ਤੋਂ ਉਹ ਲਏ ਜਾਂਦੇ ਆ। ਤੁਸੀਂ ਇਹ ਨਹੀਂ ਹੈਗਾ ਕਿ ਕੁਛ ਚੰਦ ਸਕੂਲਾਂ ਦੀ ਬਾਹਰੋਂ ਦੇਖਣ ਨੂੰ ਸਮਾਰ ਕੇ ਲੋਕਾਂ ਨੂੰ ਇੱਦਾਂ ਦਿਖਾ ਦਿਓ ਵੀ ਸਾਡੀ ਸਰਕਾਰ ਸਿੱਖਿਆ ਦੇ ਉੱਤੇ ਬਹੁਤ ਕੰਮ ਕਰ ਰਹੀ ਆ। ਇਹ ਬਹੁਤੀ ਦੇਰ ਨਹੀਂ ਚੱਲਣੀ, ਪਹਿਲਾਂ ਦੀ ਚੱਲੀ ਨਹੀਂ। ਸਰਕਾਰ ਆਪਣੇ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਦੇ ਵਾਸਤੇ ਬਹੁਤ ਸਾਰੀਆਂ ਨੀਤੀਆਂ ਤਿਆਰ ਕਰਦੀ ਹੈ, ਪਰ ਕਈ ਵਾਰ ਉਹ ਨੀਤੀਆਂ ਸੁੱਖ ਦੇਣ ਦੀ ਬਜਾਏ ਦੁੱਖ ਦੇਣ ਲੱਗ ਪੈਂਦੀਆਂ ਨੇ। ਅਜਿਹੀ ਗੱਲ ਸਿੱਖਿਆ ਨੀਤੀ ਦੇ ਨਾਲ ਵੀ ਹੋ ਰਹੀ ਹੈ। ਜੋ ਸਿੱਖਿਆ ਨੀਤੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ਦੇ ਲਈ ਤਿਆਰ ਕੀਤੀ ਗਈ ਹੈ, ਉਹਨਾਂ ਦੇ ਲਈ ਵੀ ਚੰਗੀ ਨਹੀਂ, ਔਰ ਜਿਨ੍ਹਾਂ ਨੇ ਉਸ ਨੀਤੀ ਨੂੰ ਇੰਪਲੀਮੈਂਟ ਕਰਨਾ ਹੈ ਉਹ ਵੀ ਅਧਿਆਪਕ ਆਖਦੇ ਨੇ ਕਿ ਸਿੱਖਿਆ ਨੀਤੀ ਪੂਰੀ ਤਰ੍ਹਾਂ ਦੇ ਨਾਲ ਚੁਸਤ ਦਰੁਸਤ ਨਹੀਂ, ਸਮੇਂ ਦੇ ਹਾਣ ਦੀ ਨਹੀਂ। ਇਸ ਸਿੱਖਿਆ ਨੀਤੀ ਦੇ ਵਿੱਚ ਬਹੁਤ ਸਾਰੀਆਂ ਊਣਤਾਈਆਂ ਨੇ। ਤੇ ਦੂਸਰੇ ਪਾਸੇ ਸਰਕਾਰ ਸਕੂਲ ਆਫ ਐਮੀਨੈਂਸ ਬਣਾਉਣ ਦੇ ਤਿਆਰੀਆਂ ਦੇ ਵਿੱਚ ਹੈ, ਬਹੁਤ ਸਾਰੇ ਸਕੂਲ ਤਿਆਰ ਵੀ ਕਰ ਲਿਆ। ਉੱਥੇ ਵੀ ਇਹ ਅਧਿਆਪਕ ਸਾਥੀ ਕਹਿ ਰਹੇ ਨੇ ਕਿ ਬਹੁਤ ਵੱਡੀਆਂ ਜਿਹੜੀਆਂ ਖਾਮੀਆਂ ਇਸ ਸਕੀਮ ਦੇ ਵਿੱਚ ਵੀ ਨੇ। ਸਾਡੇ ਨਾਲ ਪੰਜਾਬ ਟੀਚਰਸ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਜੀ ਨੇ। ਚਾਹਲ ਸਾਹਿਬ, ਜਿਹੜੀ ਸਿੱਖਿਆ ਨੀਤੀ ਹੈ ਉਹਨੂੰ ਲੈ ਕੇ ਤੁਸੀਂ ਇੱਕ ਵੱਡਾ ਸੰਘਰਸ਼ ਵਿੱਢਿਆ ਹੋਇਆ ਹੈ, ਕੀ ਤੁਹਾਨੂੰ ਕੀ ਲੱਗਦਾ ਕਿ ਮੁੱਖ ਖਾਮੀਆਂ ਕੀ ਨੇ ਸਿੱਖਿਆ ਨੀਤੀ ਦੇ ਵਿੱਚ? ਦੇਖੋ, ਇਸ ਤਰ੍ਹਾਂ ਜੀ ਵੀ ਸਿੱਖਿਆ ਨੀਤੀ ਜਿਹੜੀ ਨੂੰ ਆਮ ਤੌਰ ਤੇ ਆਪਣੇ ਦੇਸ਼ ਦੇ ਵਿੱਚ 2020 ਸਿੱਖਿਆ ਨੀਤੀ 2020 ਸਿੱਖਿਆ ਨੀਤੀ ਦੇ ਨਾਂ ਦੇ ਉੱਤੇ ਜਾਣਿਆ ਜਾ ਰਿਹਾ ਹੈ। ਕੇਂਦਰ ਦੀ ਸਰਕਾਰ ਬੜੇ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕਰ ਰਹੀ ਆ ਕਿ ਸਿੱਖਿਆ ਨੀਤੀ 2020 ਆ ਜਿਹੜੀ ਉਹ ਭਾਰਤ ਦੇ ਲੋਕਾਂ ਨੂੰ ਸਿੱਖਿਅਤ ਕਰੂਗੀ। ਪਰ ਸਿੱਖਿਆ ਨੀਤੀ ਨੂੰ ਜੇ ਚੰਗੀ ਤਰ੍ਹਾਂ ਘੋਖਿਆ ਪੜਚੋਲਿਆ, ਚਾਹੇ ਉਹ ਸਿੱਖਿਆ ਸ਼ਾਸਤਰੀਆਂ ਨੇ ਪੜਚੋਲਿਆ, ਚਾਹੇ ਉਹ ਟ੍ਰੇਡ ਯੂਨੀਅਨਾਂ ਨੇ ਪੜਚੋਲਿਆ, ਜਿੰਨੇ ਵੀ ਸਮਾਜ ਦੇ ਜਨਤਕ ਲੋਕ ਜਿਹੜੇ ਇਹ ਮਹਿਸੂਸ ਕਰਦੇ ਆ ਕਿ ਜਨਤਕ ਸਿੱਖਿਆ ਜਿਹੜੀ ਪਬਲਿਕ ਸੈਕਟਰ ਦੀ ਸਿੱਖਿਆ ਹੈ, ਉਹ ਸਿੱਖਿਆ ਨੂੰ ਇਹ ਸਿੱਖਿਆ ਨੀਤੀ ਉਹ ਤੋਂ ਕੋਹਾਂ ਦੂਰ ਦੀ ਗੱਲ ਆ। ਇਹ ਸਿੱਖਿਆ ਨੀਤੀ ਹੈ ਜਿਹੜੀ ਸਮੁੱਚੇ ਰੂਪ ਦੇ ਵਿੱਚ ਉਸ ਤਰਜ਼ ਤੇ ਬਣੀ ਆ
ਕਿ ਇਸ ਸਿੱਖਿਆ ਨੀਤੀ ਦੇ ਰਾਹੀਂ ਕਾਰਪੋਰੇਟ ਜਿਹੜਾ ਸਿਸਟਮ ਜਿਹਨੂੰ 1991 ਤੋਂ ਬਾਅਦ ਵੱਖ-ਵੱਖ ਸਰਕਾਰਾਂ ਨੇ ਬੜਾ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਤੇ ਉਹ ਇਹ ਸਿੱਖਿਆ ਨੀਤੀ ਉਸ ਤਰਜ਼ ਤੇ ਬਣਨ ਨਾਲ ਸਿੱਧੇ ਰੂਪ 'ਚ ਇਹ ਨਜ਼ਰ ਆ ਰਿਹਾ ਹੈ ਕਿ ਇਸ ਸਿੱਖਿਆ ਨੀਤੀ ਹੈ ਜਿਹੜੀ ਸਾਡੀ ਪਬਲਿਕ ਸੈਕਟਰ ਦੀ ਸਿੱਖਿਆ ਨੂੰ ਜਿਹੜੀ ਸਰਕਾਰ ਦੇ ਪ੍ਰਵਿਊ 'ਚ ਹੋਣੀ ਚਾਹੀਦੀ ਆ ਉਹਨੂੰ ਕਾਰਪੋਰੇਟਾਂ ਦੇ ਹਵਾਲੇ ਕਰ ਰਹੀ ਹੈ। ਸਭ ਤੋਂ ਮੇਨ ਸਵਾਲ ਇਹ ਹੈ ਜੀ। ਔਰ ਜੇਕਰ ਤੁਸੀਂ ਕਹਿੰਦੇ ਹੋ ਕਿ ਸਾਡੀ ਸਿੱਖਿਆ ਜਿਹੜੀ ਆ ਉਹ ਨੀਤੀ ਜਿਹੜੀ ਬਣਾਈ ਹੋਈ ਹੈ, ਉਹ ਸਿੱਖਿਆ ਨੀਤੀ ਇਹ ਕਹਿੰਦੀ ਹੈ ਕਿ ਜਿਹੜੀ ਸਿੱਖਿਆ ਹੈ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਚਲੀ ਜਾਊਗੀ। ਜੇਕਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਸਿੱਖਿਆ ਹੀ ਚਲੀ ਗਈ ਤਾਂ ਫਿਰ ਉਹ ਸਾਡਾ ਜਿਹੜਾ ਵਿੱਦਿਆ ਜੋ ਕਦੇ ਮਿਸ਼ਨ ਹੁੰਦੀ ਸੀ ਉਹ ਵਪਾਰ ਨਾ ਬਣ ਜੂ। ਇਹੀ ਇਸੇ ਕਰਕੇ ਤਾਂ ਅਸੀਂ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਦੀ ਤਰਫੋਂ ਜਿਹੜਾ ਅੱਜ ਦਾ ਸੈਮੀਨਾਰ ਵੀ ਕਰਵਾ ਰਹੇ ਹਾਂ। ਜਦੋਂ ਇਹ ਸਿੱਖਿਆ ਨੀਤੀ ਕੇਂਦਰ ਦੀ ਸਰਕਾਰ ਨੇ ਸਭ ਤੋਂ ਇੱਕ ਤੁਹਾਨੂੰ ਹੋਰ ਦੱਸਦੇ ਹਾਂ ਵੀ ਸਿੱਖਿਆ ਨੀਤੀ ਜਦੋਂ ਤਿਆਰ ਕੀਤੀ ਗਈ, ਇਹਦਾ ਖਰੜਾ ਤਿਆਰ ਕਰਨ ਤੋਂ ਬਾਅਦ ਨਹੀਂ ਕੋਈ ਵੀ ਜਿਹੜੀ ਸਿੱਖਿਆ ਸਲਾਹ ਪਾਰਲੀਮੈਂਟ ਦੀ ਜਿਹੜੀ ਸਿੱਖਿਆ ਸਲਾਹਕਾਰ ਕਮੇਟੀ ਆ ਉਹਦੇ ਵੱਲੋਂ ਵੀ ਇਹਨੂੰ ਪਾਸ ਨਹੀਂ ਕਰਵਾਇਆ, ਉਹਦੇ 'ਚ ਵੀ ਕੋਈ ਚਰਚਾ ਨਹੀਂ ਕੀਤੀ, ਇਹਨੂੰ ਆਪਣੇ ਤੌਰ ਦੇ ਉੱਤੇ ਇਦਾਂ ਹੀ ਪਾਸ ਕਰ ਲਿਆ। ਇਹਦੇ 'ਤੇ ਕੋਈ ਖਰੜਾ ਬਣਾ ਕੇ ਕੋਈ ਸੂਬਿਆਂ ਨੂੰ ਦੇ ਕੇ ਉੱਥੋਂ ਕੋਈ ਚਰਚਾ ਕਰਵਾ ਕੇ ਕਿ ਇਹਨੂੰ ਕਿਸ ਤਰੀਕੇ ਦੇ ਨਾਲ ਲਾਗੂ ਕਰਨਾ ਬਣਦਾ ਤੇ ਉਹ ਵੀ ਨਹੀਂ ਕੁਝ ਕਰਾਇਆ ਹੈਗਾ। ਇਹ ਜਿਹੜੀ ਸਿੱਖਿਆ ਦਾ ਜਿਹੜਾ ਤੁਹਾਡਾ ਸਵਾਲ ਆ ਕਿ ਸਿੱਖਿਆ ਜਿਹੜੀ ਉਹ ਪਬਲਿਕ ਸੈਕਟਰ ਦੀ ਜਨਤਕ ਖੇਤਰ ਦੀ ਜਿਹੜੀ ਸਿੱਖਿਆ ਹੈਗੀ ਆ, ਸਿੱਖਿਆ ਹਰੇਕ ਲਈ ਹੋਣੀ ਚਾਹੀਦੀ ਆ ਤੇ ਇਹ ਜੇ ਇਹ ਸਿੱਖਿਆ ਨੀਤੀ ਲਾਗੂ ਹੁੰਦੀ ਆ ਤਾਂ ਸਿੱਖਿਆ ਜਿਹੜੀ ਅਸੀਂ ਜਿਹਨੂੰ ਪਬਲਿਕ ਸੈਕਟਰ ਦੀ ਸਿੱਖਿਆ ਕਹਿੰਦੇ ਆ ਉਹ ਸਿੱਖਿਆ ਨਹੀਂ ਰਹਿਣੀ। ਸਿੱਖਿਆ ਦੇ ਵਿੱਚ ਵੱਡੇ ਪੱਧਰ ਤੇ ਵਪਾਰਕ ਨਿਵੇਸ਼ ਆ, ਜਿਹੜੀ ਸਿੱਖਿਆ ਨੂੰ ਇੱਕ ਮਿਸ਼ਨਰੀ ਤੌਰ ਦੇ ਉੱਤੇ ਇਸ ਤਰੀਕੇ ਨਾਲ ਮਹਿਸੂਸ ਕੀਤਾ ਜਾਂਦਾ ਸੀ ਕਿ ਸਿੱਖਿਆ ਭਾਰਤ ਦੇ ਜਾਂ ਦੇਸ਼ ਦੇ ਹਰੇਕ ਬੱਚੇ ਦੀ ਮੁੱਢਲੀ ਮਤਲਬ ਭੁੱਖ ਆ ਜੀ। ਮੁੱਢਲੀ ਭੁੱਖ ਸਮਝ ਕੇ ਇਹ ਮਹਿਸੂਸ ਕਰਦੇ ਹੋਏ ਸਿੱਖਿਆ ਨੂੰ ਸਰਕਾਰਾਂ ਦੀ ਖਾਸ ਕਰਕੇ ਲੋੜ ਸੀਗੀ ਕਿ ਸਰਕਾਰਾਂ ਆਪਣੇ ਪ੍ਰੀਵਿਊ 'ਚ ਲੈ ਕੇ ਸਿੱਖਿਆ ਜਿਹੜੀ ਉਹ ਦੇਣ। ਉਸ ਤੋਂ ਬਾਅਦ ਅਗਲੀ ਲੋੜ ਇਹ ਹੁੰਦੀ ਸੀਗੀ ਵੀ ਜਿਸ ਟਾਈਮ ਇਹ ਢਾਂਚਾ ਡਿਵੈਲਪ ਹੋ ਰਿਹਾ ਸੀ ਕੁਛ ਸਰਕਾਰਾਂ ਏਡ ਕਰਦੀਆਂ ਸੀ, ਕੁਛ ਮਿਸ਼ਨਰੀ ਸੰਸਥਾਵਾਂ ਸੀਗੀਆਂ। ਉਹ ਮਿਸ਼ਨਰੀ ਸੰਸਥਾਵਾਂ ਜਿਹੜੀਆਂ ਉਹ ਸਿੱਖਿਆ ਦੇਣ ਦੇ ਲਈ ਵੱਖ-ਵੱਖ, ਜਿਵੇਂ ਪੰਜਾਬ ਦੀ ਜੇ ਗੱਲ ਕਰ ਲਈਏ, ਪੰਜਾਬ 'ਚ ਖਾਲਸਾ ਸਕੂਲ ਸੀਗੇ, ਪੰਜਾਬ ਦੇ ਵਿੱਚ ਕੋਈ ਸਰਬ ਹਿਤਕਾਰੀ ਸਕੂਲ ਜਾਂ ਕੋਈ ਹੋਰ ਆਰੀਆ ਸਕੂਲ, ਮਤਲਬ ਇਹ ਉਹਨਾਂ ਲੋਕਾਂ ਦਾ ਇੱਕ ਮਿਸ਼ਨਰੀ ਮਤਲਬ ਜਿਹੜਾ ਨਿਸ਼ਾਨਾ ਸੀਗਾ ਕਿ ਜਿਹੜਾ ਸਰਕਾਰ ਜਿੱਥੇ ਕਿਤੇ ਨਹੀਂ ਕਰ ਸਕਦੀ ਸੀਗੀ ਉਹ ਨਾਲ ਸਪੋਰਟ ਕਰਦੇ ਸੀ ਉਹਨਾਂ ਸਕੂਲਾਂ ਦੇ ਵਿੱਚ ਵੀ। ਲੇਕਿਨ ਅਧਿਆਪਕਾਂ ਦੇ ਲਈ ਵੀ ਏਡ ਆ ਜਿਹੜੀ ਉਹ ਸਰਕਾਰ ਦਿੰਦੀ ਸੀ, ਇਨਫਰਾਸਟ੍ਰਕਚਰ ਵੀ, ਤੇ ਉਹ ਮਤਲਬ ਸਮਾਜ ਦੇ ਉਹ ਵਰਗਾਂ ਜਿਹੜੇ ਇਸ ਨੂੰ ਲੈ ਕੇ ਚੱਲਦੇ ਸੀਗੇ। ਪਰ ਇਹ ਸਿੱਖਿਆ ਨੀਤੀ ਹੈ ਜਿਹੜੀ, ਇਹ ਸਿੱਖਿਆ ਨੀਤੀ ਸਰਕਾਰੀ ਸਕੂਲਾਂ ਨੂੰ ਆਪਣੇ ਸਰਕਾਰ ਦੇ ਪ੍ਰਵਿਊ 'ਚੋਂ ਔਰ ਇਹਨਾਂ ਮਿਸ਼ਨਰੀ ਲੋਕਾਂ ਦੇ ਪ੍ਰਵਿਊ 'ਚੋਂ ਬਾਹਰ ਕੱਢ ਕੇ ਨਿਰੋਲ ਜਿਹੜਾ ਹੈਗਾ ਉਹ ਵਪਾਰਿਕ ਤੌਰ ਦੇ ਉੱਤੇ ਕਾਰਪੋਰੇਟ ਲੋਕਾਂ ਨੂੰ ਸੌਂਪਣ ਦੀ ਸਿੱਧੇ ਰੂਪ ਦੇ ਵਿੱਚ ਦਿਸ਼ਾ ਹੈ ਜੀ। ਸਿੱਧੇ ਰੂਪ ਦੇ ਵਿੱਚ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਜੇਕਰ ਸਿੱਖਿਆ ਦੇ ਦਿੱਤੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਨੁਕਸਾਨ ਜਿਹੜਾ ਹੈ, ਜਿਹੜੇ ਲੋੜਵੰਦ ਬੱਚੇ ਨੇ, ਹੁਸ਼ਿਆਰ ਬੱਚੇ ਨੇ, ਉਹਨਾਂ ਨੂੰ ਵੀ ਹੋਣਾ ਔਰ ਮਾਪਿਆਂ ਨੂੰ ਵੀ ਹੋਣਾ ਕਿ ਜਦੋਂ ਵੱਡੇ ਘਰਾਣਿਆਂ ਦੇ ਹੱਥ ਇਹ ਆਊਗੀ ਤਾਂ ਮਹਿੰਗੀ ਵੀ ਹੋਊਗੀ ਔਰ ਸਾਡੇ ਵੱਸੋਂ ਬਾਹਰ, ਸਾਡੀ ਜੇਬ ਤੋਂ ਬਾਹਰ ਵੀ ਹੋ ਜਾਊਗੀ। ਦੇਖੋ ਇਹ ਤਾਂ ਜੀ ਕੁਦਰਤ ਦਾ ਨਿਯਮ ਆ ਔਰ ਹੁਣ ਤੱਕ ਤੁਸੀਂ ਆਪਾਂ ਦੇਖੋ ਵੀ ਜਿਹੜੀ ਵੀ, ਚਾਹੇ ਉਹ ਐਜੂਕੇਸ਼ਨ ਆ, ਚਾਹੇ ਉਹ ਹੈਲਥ ਆ, ਚਾਹੇ ਉਹ ਤੁਹਾਡਾ ਪਾਣੀ ਆ ਪੀਣ ਵਾਲਾ, ਚਾਹੇ ਉਹ ਈਵਨ ਕਿ ਸੜਕਾਂ, ਜਦੋਂ ਉਹ ਸਰਕਾਰ ਨੇ ਆਪਣੇ ਪ੍ਰਵਿਊ ਦੇ ਵਿੱਚੋਂ ਕੱਢ ਦਿੱਤੀਆਂ ਤੇ ਉਹ ਵਪਾਰਕ ਘਰਾਣਿਆਂ ਕੋਲੇ ਚਲੇ ਗਈਆਂ ਤਾਂ ਉੱਥੇ ਉਹਨਾਂ ਦਾ ਮੋਟਿਵ ਸਿਰਫ ਤੇ ਸਿਰਫ ਵਪਾਰ ਦੇ ਵਿੱਚੋਂ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੈ। ਜਦੋਂ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੈ ਤਾਂ ਫਿਰ ਇਹ ਜਿਹੜਾ ਮੇਨ ਨਿਸ਼ਾਨਾ ਹੈਗਾ, ਜਿਹੜਾ ਮੇਨ ਮਕਸਦ ਹੈਗਾ ਕਿ ਸਮਾਜ ਨੂੰ ਸਿੱਖਿਅਤ ਕਰਨਾ, ਉਹਦੇ ਨਾਲੋਂ ਵੱਧ ਕੇ ਇਹ ਗੱਲ ਭਾਰੂ ਹੋ ਜਾਂਦੀ ਆ ਕਿ ਇਹਦੇ ਵਿੱਚੋਂ ਮੁਨਾਫਾ ਵੱਧ ਤੋਂ ਵੱਧ ਕਿਵੇਂ ਕਮਾਉਣਾ। ਉਸ ਲਿਹਾਜ਼ ਦੇ ਨਾਲ ਦੋਨੋਂ ਹੀ ਚੀਜ਼ਾਂ ਹੁੰਦੀਆਂ ਕਿ ਜਿਹੜੇ ਉੱਥੇ ਮਤਲਬ ਉਹ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਅਧਿਆਪਕ ਭਰਤੀ ਕਰਦੇ ਆ, ਉਹਨਾਂ ਦਾ ਵੀ ਸ਼ੋਸ਼ਣ ਹੁੰਦਾ, ਉਹਨਾਂ ਨੂੰ ਵੀ ਪੂਰੇ ਰੂਪ ਦੇ ਵਿੱਚ ਸੈਲਰੀ ਨਹੀਂ ਮਿਲਦੀ। ਉਹ ਵੀ ਸਮਾਜ ਦਾ ਸਾਡਾ ਉਹ ਵਰਗ ਆ, ਜੌਬ ਕੌਣ ਕਰਦਾ, ਨੌਕਰੀ ਕੌਣ ਕਰਦਾ, ਜਿਹਨੂੰ ਸਮਾਜ ਦੇ ਵਿੱਚ ਲੋੜ ਆ। ਕਿਸੇ ਕਾਰਪੋਰੇਟ ਦੇ ਧੀ ਪੁੱਤ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਕਿ ਉਹ ਨੌਕਰੀ ਚਾਕਰੀ ਕਰੇ ਜਾ ਕੇ ਸਕੂਲ ਦੇ ਵਿੱਚ ਜਾਂ ਕਿਸੇ ਹਸਪਤਾਲ 'ਚ ਜਾਂ ਕਿਤੇ ਹੋਰ। ਉਹ ਹੈਗੀ ਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਰੁਜ਼ਗਾਰ ਦੀ ਜ਼ਰੂਰਤ ਆ, ਉਹ ਨੌਕਰੀ ਕਰਦੇ ਆ ਤੇ ਉਹ ਉੱਥੇ ਉਹਨਾਂ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਉਹਨਾਂ ਦੀ ਵੀ ਰੱਜ ਕੇ ਜਿਹੜੀ ਲੁੱਟ ਹੁੰਦੀ ਆ ਆਰਥਿਕ ਤੌਰ ਦੇ ਉੱਤੇ। ਔਰ ਦੂਜੇ ਪਾਸੇ ਜਿਹੜੇ ਬੱਚਿਆਂ ਨੂੰ ਮਤਲਬ ਸਿੱਖਿਆ ਮੁਫਤ ਸਰਕਾਰ ਦਾ ਦੇਣਾ ਮੁੱਢਲਾ ਫਰਜ਼ ਬਣਦਾ, ਉਹਨਾਂ ਨੂੰ ਮੁੱਢਲੀ ਸਿੱਖਿਆ ਜਿਹੜੀ ਉਹ ਮੁਫਤ ਮਿਲਣ ਦੀ ਬਜਾਏ ਫਿਰ ਵੱਡੇ ਪਹਿਲਾਂ ਹੀ ਬਹੁਤ ਕੁਝ ਹੋ ਰਿਹਾ ਪੰਜਾਬ ਦੇ ਵਿੱਚ। ਵੱਖ-ਵੱਖ ਸਰਕਾਰਾਂ ਨੇ ਆਪਣੇ ਸਮੇਂ ਦੇ ਉੱਤੇ ਕਿਵੇਂ ਮਤਲਬ ਉਹਨੂੰ ਕਿਵੇਂ ਉਹਨਾਂ ਨੇ ਮਤਲਬ ਪ੍ਰਾਈਵੇਟ ਸੰਸਥਾਵਾਂ ਨੇ ਜਿਹੜੀਆਂ ਸਿੱਖਿਆ ਉਹਨੂੰ ਕਿਵੇਂ ਆਪਣੇ ਕਬਜ਼ੇ 'ਚ ਕੀਤਾ ਹੋਇਆ। ਤੇ ਉਹ ਜੇ ਇਹ ਸਿੱਖਿਆ ਨੀਤੀ ਜਿਸ ਤਰੀਕੇ ਨਾਲ ਲਾਗੂ ਹੋ ਰਹੀ ਆ ਉਸ ਤਰੀਕੇ ਦੇ ਨਾਲ
ਸਾਡੇ ਦੇਸ਼ ਦੇ ਪੰਜਾਬ ਦੇ ਨੌਜਵਾਨਾਂ ਕੋਲੋਂ ਬੇਰੁਜ਼ਗਾਰ ਨੌਜਵਾਨਾਂ ਕੋਲੋਂ ਰੁਜ਼ਗਾਰ ਦੇ ਮੌਕੇ ਵੀ ਖੁੱਸ ਜਾਣਗੇ ਤੇ ਗਰੀਬ ਤੇ ਮਡੋਕਰ ਜਿਹੜੇ ਬੱਚੇ ਆ ਉਹਨਾਂ ਦੇ ਕੋਲੋਂ ਉਹਨਾਂ ਦਾ ਜਿਹੜਾ ਮੁੱਢਲਾ ਸਿੱਖਿਅਤ ਹੋਣ ਦਾ ਮੁੱਢਲਾ ਹੱਕ ਆ ਉਹ ਤੋਂ ਵੀ ਉਹ ਵਾਂਝੇ ਹੋ ਜਾਣਗੇ। ਜੀ ਜਿਵੇਂ ਗੱਲ ਕਰਦੇ ਆਪਾਂ ਬਹੁਤ ਸਾਰੇ ਫੀਲਡ ਦੇ ਵਿੱਚ, ਬਹੁਤ ਸਾਰੇ ਖੇਤਰ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਹੈ ਕਿ ਇੱਕ ਦੇਸ਼ ਹੋਣਾ ਚਾਹੀਦਾ ਹੈ, ਇੱਕ ਨੀਤੀ ਹੋਣੀ ਚਾਹੀਦੀ ਹੈ ਕਿ ਜਿਹੜੀ ਸਿੱਖਿਆ ਨੀਤੀ ਹੈ ਜਿਹੜੀ ਆ, ਕਿਉਂਕਿ ਤੁਸੀਂ ਸਿੱਖਿਆ ਸ਼ਾਸਤਰੀ ਹੋ, ਜਿਹੜੀ ਸਿੱਖਿਆ ਨੀਤੀ ਹੈ ਕਿ ਉਹ ਸਮੁੱਚੇ ਦੇਸ਼ ਦੇ ਲਈ ਇੱਕ ਚੱਲ ਸਕਦੀ ਹੈ, ਇੱਕ ਹੋ ਸਕਦੀ ਹੈ ਕਿ ਉਹ ਇੱਕ ਹੋਣਾ ਲਾਹੇਵੰਦ ਹੋ ਸਕਦਾ ਹੈ? ਦੇਖੋ, ਸਿੱਖਿਆ ਨੀਤੀ ਦੇ ਲਈ ਦੋ ਚੀਜ਼ਾਂ ਹੈ। ਸਿੱਖਿਆ ਨੀਤੀ ਪਹਿਲਾਂ ਵੀ ਜਿਹੜੀ ਹੈਗੀ ਆ ਉਹਦੇ ਤੇ ਦੋਨਾਂ ਹੀ, ਪਹਿਲਾਂ ਤਾਂ ਬਲਕਿ ਇਹ ਸੀਗਾ ਸਟੇਟ ਸਬਜੈਕਟ ਸੀ ਇਹ, ਤੇ ਮਤਲਬ ਜਿਹੜੇ ਸਟੇਟ ਦੀ ਹਰ ਇੱਕ ਸਟੇਟ ਦੀ ਅਲੱਗ-ਅਲੱਗ ਭੂਗੋਲਿਕ ਅਵਸਥਾ ਹੈਗੀ ਆ। ਪੰਜਾਬ ਦੀ ਵੱਖਰੀ ਆ, ਹਰਿਆਣੇ ਦੀ ਵੱਖਰੀ ਆ, ਰਾਜਸਥਾਨ ਦੀ ਵੱਖਰੀ ਆ, ਕਰਨਾਟਕਾ, ਤਾਮਿਲਨਾਡੂ, ਸੋ ਐਂਡ ਸੋ ਜਦੋਂ ਸਾਰੇ ਸਟੇਟਸ ਦੀ ਵੱਖਰੋ ਵੱਖਰੀ ਪੋਜੀਸ਼ਨ ਆ ਤਾਂ ਉਸ ਲਿਹਾਜ਼ ਦੇ ਨਾਲ ਸਿੱਖਿਆ ਦੇ ਲਈ ਇਹ ਜ਼ਰੂਰੀ ਆ ਕਿ ਉਹਨਾਂ ਨੇ ਆਪਣੀ ਸਟੇਟ ਦੇ ਅਨੁਸਾਰ ਜਿਹੜੀ ਸਿੱਖਿਆ ਨੀਤੀ ਤੈਅ ਕਰਨੀ ਆ। ਤੇ ਸਿੱਖਿਆ ਨੀਤੀ ਦੇ ਲਈ ਸੈਂਟਰ ਦਾ ਸਾਡੇ ਵੱਲੋਂ ਇਹ ਹੋਣਾ ਬੜਾ ਲਾਜ਼ਮੀ ਬਣ ਜਾਂਦਾ ਹੈ ਕਿ ਸਿੱਖਿਆ ਨੀਤੀ ਇਸ ਤਰੀਕੇ ਦੇ ਨਾਲ ਘੜੀ ਜਾਵੇ, ਉਹਦੇ ਵਿੱਚ ਬੱਚਾ ਜਿਹੜਾ ਉਹ ਔਰ ਜਿਹੜੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਉਹ ਮਤਲਬ ਕੇਂਦਰ ਬਿੰਦੂ ਹੋਣੇ ਚਾਹੀਦੇ ਆ। ਜਦੋਂ ਉਹ ਬੱਚੇ ਨੂੰ ਸਿੱਖਿਆ ਦੇਣ ਵਾਲੇ ਨੂੰ ਵੀ ਕੇਂਦਰ ਬਿੰਦੂ ਨੂੰ ਆ, ਜਿਹੜਾ ਮੇਨ ਕੇਂਦਰ ਬਿੰਦੂ ਆ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਵਾਲੀ ਗੱਲ, ਦੋਨੋਂ ਚੀਜ਼ਾਂ ਸਾਈਡ ਤੇ ਕਰਕੇ ਸਿੱਖਿਆ ਨੀਤੀ ਜਿਹੜੀ ਬਣਾਈ ਜਾਂਦੀ ਹੈ, ਚਾਹੇ ਉਹ ਕੇਂਦਰ ਦੀ ਸਰਕਾਰ ਬਣਾ ਕੇ ਹੁਣ ਉਹਨਾਂ ਨੂੰ ਸਟੇਟਾਂ 'ਚੋਂ ਲਾਗੂ ਕਰਵਾ ਰਹੀ ਆ, ਪਰ ਫਿਰ ਵੀ ਕਰਨਾਟਕਾ, ਤਾਮਿਲਨਾਡੂ, ਕੇਰਲਾ ਇਹਨਾਂ ਸਟੇਟਾਂ ਨੇ ਨਾ ਕਰ ਦਿੱਤੀ ਆ ਕਿ ਇਹ ਸਿੱਖਿਆ ਨੀਤੀ ਹੈ ਜਿਹੜੀ ਅਸੀਂ ਆਪਣੀ ਸਟੇਟ ਦੀ ਸਿੱਖਿਆ ਨੀਤੀ ਬਣਾ ਕੇ ਉੱਥੇ ਉਹਨੂੰ ਲਾਗੂ ਕਰ ਰਹੇ ਹਾਂ। ਤੇ ਅਸੀਂ ਵੀ ਪੰਜਾਬ ਦੀ ਸਰਕਾਰ ਕੋਲੇ, ਪੰਜਾਬ ਦੀ ਸਰਕਾਰ ਵੀ ਇਹ ਗੱਲ ਕਹਿ ਕੇ ਆਈ ਪੰਜਾਬ ਦੇ ਲੋਕਾਂ ਨੂੰ ਕਿ ਸਾਡਾ ਮੁੱਢਲਾ ਜਿਹੜਾ ਸਾਡਾ ਮੇਨ ਮਿਸ਼ਨ ਹੈਗਾ ਉਹ ਲੋਕਾਂ ਨੂੰ ਵਧੀਆ ਸਿੱਖਿਆ ਤੇ ਵਧੀਆ ਸਿਹਤ ਸਹੂਲਤਾਂ ਦੇਣਾ ਹੈ। ਉਹਦੇ ਵਾਸਤੇ ਅਸੀਂ ਮਤਲਬ ਸੈਮੀਨਾਰ ਕਰਵਾ ਕੇ ਪੰਜਾਬ ਦੀ ਸਰਕਾਰ ਨੂੰ ਜਿਹੜਾ ਪੰਜਾਬ 'ਚ ਕਰਾ ਰਹੇ ਹਾਂ, ਜਿੱਥੇ ਅਸੀਂ ਸਮੁੱਚੇ ਦੇਸ਼ ਦੇ ਵਿੱਚੋਂ ਇਹ ਮੰਗ ਕਰ ਰਹੇ ਹਾਂ ਕਿ ਸਿੱਖਿਆ ਨੀਤੀ ਹੈ ਜਿਹੜੀ ਕਾਰਪੋਰੇਟ ਪੱਖੀ ਸਿੱਖਿਆ ਨੀਤੀ ਹੈ ਜਿਹਨੂੰ ਰੱਦ ਕਰਨਾ ਬਣਦਾ ਹੈ, ਦੇਸ਼ ਦੇ ਹਿੱਤ ਵਿੱਚ ਹੋਏਗਾ। ਉੱਥੇ ਅਸੀਂ ਪੰਜਾਬ ਦੀ ਸਰਕਾਰ ਕੋਲੋਂ ਵੀ ਪੰਜਾਬ 'ਚ ਹੋਣ ਦੇ ਨਾਂ ਦੇ ਉੱਤੇ ਮੰਗ ਕਰਦੇ ਹਾਂ ਕਿ ਪੰਜਾਬ ਆਪਣੀ ਸਿੱਖਿਆ ਨੀਤੀ ਬਣਾਵੇ। ਪੰਜਾਬ ਉਹ ਇਹ ਸਿੱਖਿਆ ਨੀਤੀ ਦੇ ਰਾਹੀਂ ਇਹਨੂੰ ਲਾਗੂ ਕਰਕੇ, ਜਿਵੇਂ ਸਕੂਲ ਆਫ ਐਮੀਨੈਸ, ਇਹ ਸਾਰਾ ਕੁਝ ਜਿਹੜਾ ਹੈਗਾ ਉਸ ਸਿੱਖਿਆ ਨੀਤੀ ਦੇ ਤਰਜ਼ ਦੇ ਉੱਤੇ ਜਿਹੜਾ ਚੱਲ ਰਿਹਾ ਪੰਜਾਬ ਨੂੰ ਲੁਕਵੇਂ ਰੂਪ ਦੇ ਵਿੱਚ ਪੰਜਾਬ ਦੀ ਸਰਕਾਰ ਨੂੰ ਸਿੱਖਿਆ ਨੀਤੀ ਨੂੰ ਲਾਗੂ ਕਰ ਰਹੀ ਆ, ਜਿਹੜੀ ਸਾਡੇ ਬੱਚਿਆਂ ਦੇ ਲਈ ਔਰ ਸਾਡੇ ਸਟੇਟ ਦੇ ਲਈ ਇਹ ਫਾਇਦੇਮੰਦ ਨਹੀਂ ਹੋਣੀ ਹੈਗੀ। ਇਹਦੇ ਨਾਲ ਸਿੱਖਿਆ ਦੇ ਵਿੱਚ ਪਾੜਾ ਵੀ ਵਧੂਗਾ, ਸਿੱਖਿਆ ਮਹਿੰਗੀ ਵੀ ਹੋਊਗੀ। ਇਹ ਸਾਰਾ ਕੁਝ ਆ ਜਿਹੜਾ ਇਹ ਵਾਪਰ ਰਿਹਾ, ਇਹਦੇ ਕਰਕੇ ਹੀ ਅਸੀਂ ਮਤਲਬ ਇਹ ਸੈਮੀਨਾਰ ਵਗੈਰਾ ਲਗਾਤਾਰ ਕਰਵਾ ਰਹੇ ਹਾਂ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਕੇਂਦਰ ਨੇ ਇਹ ਸਿੱਖਿਆ ਨੀਤੀ ਕੱਢ ਲਈ, ਪੰਜਾਬ ਉਹਨੂੰ ਲੁਕਵੇਂ ਤਰੀਕੇ ਦੇ ਨਾਲ ਅਡਾਪਟ ਕਰ ਰਿਹਾ, ਉਹਨੂੰ ਲਾਗੂ ਕਰ ਰਿਹਾ। ਸਕੂਲ ਆਫ ਐਮੀਨੈਂਸ ਦੀ ਗੱਲ ਚੱਲੀ ਹੈ, ਕੀ ਉਹ ਸਹੀ ਆ ਜਾਂ ਗਲਤ ਆ? ਦੇਖੋ, ਸਕੂਲ ਆਫ ਐਮੀਨੈਂਸ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਪੰਜਾਬ ਦੀ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਅਸੀਂ ਕਹਿਣਾ ਚਾਹੁੰਦੇ ਹਾਂ, ਪੁੱਛਣਾ ਵੀ ਚਾਹੁੰਦੇ ਹਾਂ। ਸਤਿਕਾਰਯੋਗ ਮੁੱਖ ਮੰਤਰੀ ਜੀ ਦੀਆਂ ਤੁਸੀਂ ਪਹਿਲੀਆਂ ਇਲੈਕਸ਼ਨ ਤੋਂ ਪਹਿਲੀਆਂ ਜਿੰਨੀਆਂ ਵੀ ਉਹਨਾਂ ਦੀਆਂ ਵੀਡੀਓਜ਼, ਵੈਸੇ ਤਾਂ ਹੁਣ ਵੀ ਉਹ ਜਦੋਂ ਬੋਲਦੇ ਆ ਤਾਂ ਬੜਾ ਮਤਲਬ ਇਸ ਗੱਲ ਨੂੰ ਬੜੇ ਇਸ ਤਰੀਕੇ ਦੇ ਨਾਲ ਪੇਸ਼ ਕਰਦੇ ਆ ਕਿ ਮੈਂ ਹੇਠਲੇ ਪੱਧਰੋਂ ਉੱਠਿਆ, ਮੈਂ ਸਿੱਖਿਆ ਦੀ ਹਰੇਕ ਨਬਜ਼ ਨੂੰ ਜਾਣਦਾ ਤੇ ਅਸੀਂ ਉਸੇ ਤਰ੍ਹਾਂ ਮਤਲਬ ਹੇਠੋਂ ਸਿੱਖਿਆ ਦੇਣੀ ਚਾਹੁੰਦੇ ਆ। ਸਭ ਤੋਂ ਵੱਡਾ ਸਵਾਲ ਇਹ ਆ ਕਿ ਸਕੂਲ ਆਫ ਐਮੀਨੈਂਸ 117 ਸਕੂਲ ਆ ਜਿਹੜੇ ਸਰਕਾਰ ਨੇ ਬਣਾਏ। ਪੰਜਾਬ ਦੀ ਸਰਕਾਰ, ਆਮ ਆਦਮੀ ਪਾਰਟੀ ਤਾਂ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਨਹੀਂ ਕਰਕੇ ਆਈ ਕਿ 117 ਸਕੂਲਾਂ ਦੇ ਵਿੱਚ ਵਧੀਆ ਐਜੂਕੇਸ਼ਨ ਦੇਣੀ ਆ। ਪੰਜਾਬ ਦੇ ਵਿੱਚ ਲਗਭਗ ਜਿਹੜੇ 20,000 ਤੋਂ ਉੱਪਰ ਸਕੂਲ ਆ, ਉਹਦੇ ਵਿੱਚੋਂ 117 ਸਕੂਲਾਂ 'ਚ ਕਿਵੇਂ ਮਤਲਬ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਰਾਹੀਂ ਦੇ ਕੇ ਤਾਂ ਸਾਰੇ ਪੰਜਾਬ ਨਾਲ ਕਿਵੇਂ ਇਨਸਾਫ ਹੋ ਸਕਦਾ ਹੈ? ਦੂਜਾ, ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਤੋਂ ਪਹਿਲੀਆਂ ਸਰਕਾਰਾਂ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਨਕਾਰਿਆ, ਉਹਨਾਂ ਨੇ ਆਦਰਸ਼ ਸਕੂਲ, ਮਾਡਲ ਸਕੂਲ, ਮੈਰੀਟੋਰੀਅਸ ਸਕੂਲ ਬਣਾਏ, ਜਿਨ੍ਹਾਂ ਦੇ ਕੋਈ ਬਹੁਤ ਵਧੀਆ ਪੰਜਾਬ 'ਚ ਰਿਜ਼ਲਟ ਨਹੀਂ ਆਏ ਹੈਗੇ। ਨਾ ਤਾਂ ਉੱਥੇ ਪੜ੍ਹਾਉਣ ਵਾਲੇ ਅਧਿਆਪਕ ਜਿਹੜੇ ਪੰਜਾਬ ਦੇ ਨੌਜਵਾਨ ਧੀ ਪੁੱਤ ਸੀਗੇ, ਨਾ ਤਾਂ ਉਹਨਾਂ ਦਾ ਹੀ ਕੋਈ ਫਾਇਦਾ ਹੋ ਸਕਿਆ, ਉਹਨਾਂ ਨੂੰ ਹੀ ਰੁਜ਼ਗਾਰ ਵਧੀਆ ਮਿਲਿਆ, ਨਾ ਹੀ ਉੱਥੇ ਪੜ੍ਹਨ ਵਾਲਿਆਂ ਦੇ ਲਈ ਉਹਨਾਂ ਨੂੰ ਕੋਈ ਫਾਇਦਾ ਹੋ ਸਕਿਆ। ਇਸ ਸਰਕਾਰ ਤੋਂ ਬਿਲਕੁਲ ਇਹ ਆਸ ਨਹੀਂ ਸੀਗੀ ਕਿ ਇਹ ਇੱਦਾਂ ਦਾ ਨਵਾਂ ਕਨਸੈਪਟ ਲੈ ਕੇ ਆਊਗੀ। ਅਸੀਂ ਤਾਂ ਇਸ ਉਮੀਦ 'ਚ ਸੀਗੇ ਪੰਜਾਬ ਦੇ ਲੋਕ ਜਾਂ ਅਧਿਆਪਕ ਜਥੇਬੰਦੀਆਂ, ਗਵਰਨਮੈਂਟ ਟੀਚਰ ਯੂਨੀਅਨ ਪੰਜਾਬ, ਕਿ ਇਹ ਸਰਕਾਰ ਆ ਜਿਹੜੀ ਸਾਰੇ ਸਕੂਲਾਂ ਨੂੰ ਬਰਾਬਰ ਦੀਆਂ ਸਹੂਲਤਾਂ ਦੇ ਕੇ
ਇਹ ਜਿਹੜਾ ਪਹਿਲੀਆਂ ਸਰਕਾਰਾਂ ਨੇ ਪਾੜਾ ਖੜਾ ਕੀਤਾ ਉਹਨੂੰ ਪਾੜੇ ਨੂੰ ਦੂਰ ਕਰੂਗੀ, ਕਿਉਂਕਿ ਇਹ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਮੈਂਡੇਟ ਦੇ ਕੇ 92 ਲੋਕਾਂ ਨੂੰ ਮਤਲਬ ਮੈਨੂੰ ਲੱਗਦੀ ਹੈ ਵੀ ਪਹਿਲੀ ਵਾਰੀ ਆ ਕਿ ਇੱਕੋ ਪਾਰਟੀ ਦੇ 92 ਬੰਦੇ ਆ ਜਿਹੜੇ ਉਹ ਮਤਲਬ ਪੰਜਾਬ ਦੀ ਜਿਹੜੀ ਵਿਧਾਨ ਸਭਾ ਹੈਗੀ ਉਹਦੇ 'ਚ ਭੇਜ ਦੇਣੇ, ਤੇ ਉੱਥੋਂ ਜਾ ਕੇ ਬਾਅਦ ਦੇ ਵਿੱਚ ਐਦਾਂ ਦਾ ਕਨਸੈਪਟ ਲੈਣਾ 117 ਸਕੂਲਾਂ ਦਾ, ਇਹ ਪੰਜਾਬ ਦੇ ਉਹਨਾਂ ਬੱਚਿਆਂ ਦੇ ਨਾਲ ਇਨਸਾਫ ਨਹੀਂ ਹੈਗਾ। ਤੁਸੀਂ ਐਗਜ਼ਾਮਪਲ ਦੇ ਤੌਰ ਤੇ ਆ, ਤੁਸੀਂ ਜਲੰਧਰ 'ਚ ਇੱਥੇ ਖੜੇ ਆ, ਜਲੰਧਰ 'ਚ ਸਕੂਲ ਆਫ ਐਮੀਨੈਂਸ ਹੈਗਾ, ਫਰੌਰ 'ਚ ਸਕੂਲ ਆਫ ਐਮੀਨੈਂਸ ਜੇ ਨਾ ਹੋਵੇ ਜਾਂ ਇੱਕ ਕੰਸਟੀਚੁਐਂਸੀ 'ਚ ਇੱਕੋ ਹੀ ਹੋਵੇ, ਉੱਥੇ ਉਸ ਕੰਸਟੀਚੁਐਂਸੀ ਦੇ ਵਿੱਚ 4 ਕਸਬੇ ਹੋਣ ਤੇ ਪਿੰਡ ਹੋਣ, ਤੇ ਉੱਥੇ ਇੱਕ ਸਕੂਲ ਦੇ ਨਾਲ ਇੱਕ ਕੰਸਟੀਚੁਐਂਸੀ ਦੇ ਵਿੱਚ ਮਤਲਬ ਪਾੜਾ ਕਿੱਡਾ ਵੱਡਾ ਵੱਜੂਗਾ। ਜਿਨ੍ਹਾਂ ਇੱਕ ਪਾਸੇ ਅਸੀਂ ਸਿੱਖਿਆ ਮਨੋਵਿਗਿਆਨ ਇਹ ਗੱਲ ਕਹਿੰਦੀ ਆ ਕਿ ਬੱਚਾ ਹੁਸ਼ਿਆਰ ਬੱਚੇ ਨੂੰ ਮਡੋਕਰ ਬੱਚਾ ਤੇ ਬੱਚਾ ਇੱਕ ਦੂਜੇ ਦੀ ਰੀਸ ਕਰਕੇ ਸਿੱਖਦਾ ਹੈ। ਅਸੀਂ ਜੇ ਪਹਿਲਾਂ ਹੀ ਐਦਾਂ ਦੇ ਪਾੜੇ ਖੜੇ ਕਰਕੇ ਸਿੱਖਿਆ ਦੇ ਵਿੱਚੋਂ ਵੀ ਮਤਲਬ ਬੱਚੇ ਜਿਹੜੇ ਇੱਕ ਪਾਸੇ ਕੱਢ ਲੈਣੇ ਆ ਤੇ ਦੂਜੇ ਬੱਚੇ ਡਿਮੋਰਲਾਈਜ਼ ਹੋ ਜਾਣਗੇ, ਜਿਨ੍ਹਾਂ ਨੂੰ ਮੌਕਾ ਨਹੀਂ ਮਿਲੂਗਾ, ਆ ਨਹੀਂ ਸਕਣਗੇ, ਤੇ ਇਹ ਇਸ ਤਰ੍ਹਾਂ ਦਾ ਪਾੜਾ ਕਿਤੇ ਵੀ ਠੀਕ ਨਹੀਂ। ਜਦ ਕਿ ਜਿਹੜੇ ਪਹਿਲਾਂ ਕਮਿਸ਼ਨ ਹੋਏ ਆ ਸਿੱਖਿਆ ਨੀਤੀ ਤੋਂ, ਚਾਹੇ ਉਹ ਕੋਠਾਰੀ ਕਮਿਸ਼ਨ ਆ ਚਾਹੇ ਕੋਈ ਹੋਰ ਕਮਿਸ਼ਨ ਆ, ਉਹਨਾਂ ਨੇ ਤਾਂ ਕਿਹਾ ਕਿ ਜਿਹੜਾ ਸਭ ਤੋਂ ਬੈਸਟ ਐਜੂਕੇਸ਼ਨ ਦਾ ਇੱਕੋ ਹੀ ਆ ਕਾਮਨ ਸਕੂਲ ਸਿਸਟਮ ਆ। ਕਾਮਨ ਸਕੂਲ ਸਿਸਟਮ ਜਿਹੜੀ ਹੈਗੀ ਆ ਸਾਂਝੀ ਸਿੱਖਿਆ ਜਿਹੜੀ ਉਹ ਸਰਕਾਰ ਆਪਣੇ ਪ੍ਰੀਵਿਊ ਰਾਹੀਂ ਦੇ ਸਕਦੀ ਆ, ਜਿਹਦੇ ਲਈ ਇੱਕੋ ਜਿਹੇ ਮੌਕੇ, ਇੱਕੋ ਜਿਹੇ ਸਕੂਲ, ਇੱਕੋ ਜਿਹਾ ਸਿਲੇਬਸ ਜਿਹੜਾ ਹੈਗਾ ਉਹ ਸਟੇਟ ਦੀ ਸਰਕਾਰ, ਇੱਕੋ ਜਿਹੇ ਅਧਿਆਪਕ। ਇੱਥੇ ਤਾਂ ਅਧਿਆਪਕਾਂ ਦੀ ਭਰਤੀ ਅਲੱਗ-ਅਲੱਗ ਤਰ੍ਹਾਂ, ਜਿਵੇਂ ਮਤਲਬ ਕਿੰਨੇ ਹੀ ਪਹਿਲੀਆਂ ਸਰਕਾਰਾਂ ਨੇ ਕਿੰਨੇ ਹੀ ਨਾਂ ਰੱਖਤੇ, ਤੇ ਉਹਨਾਂ ਨੂੰ ਹੁਣ ਮੌਜੂਦਾ ਸਰਕਾਰ ਇਹ ਵਾਅਦਾ ਤਾਂ ਕਰਦੀ ਹੈ ਵੀ ਅਸੀਂ ਸੁਲਝਾਉਣ ਤੇ ਲੱਗੇ ਆ, ਪਰ 1.5 ਸਾਲ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਪਿਆ ਵੀ ਜਿਹੜਾ ਹੱਲ ਨਹੀਂ ਹੋਇਆ ਹੈਗਾ, ਤੇ ਉਹਦੇ ਕਰਕੇ ਸਾਨੂੰ ਕੋਈ ਇਸ ਤਰ੍ਹਾਂ ਨਹੀਂ ਨਜ਼ਰ ਆ ਰਿਹਾ ਹੈਗਾ ਕਿ ਜਿਸ ਤਰੀਕੇ ਦੀ ਸਰਕਾਰ ਜਿਹੜੀ ਮੌਜੂਦਾ ਸਰਕਾਰ ਲੋਕਾਂ ਨਾਲ ਗੱਲ ਕਰਕੇ ਆਈ ਸੀਗੀ, ਉਸ ਕਦਰ ਜੋ ਚਾਹੀਦਾ ਸੀ ਵੀ ਉਸ ਕਦਰ ਦੇ ਉੱਤੇ ਕੰਮ ਹੋਣਾ ਚਾਹੀਦਾ ਸੀ, ਉਹ ਹੋ ਨਹੀਂ ਰਿਹਾ। ਤੁਹਾਨੂੰ ਕੀ ਲੱਗਦਾ ਕਿ ਜਿਹੜੀ ਸਰਕਾਰ ਹੈ ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ ਆਪਣੇ ਇਲੈਕਸ਼ਨਾਂ ਤੋਂ ਪਹਿਲਾਂ ਕੀਤੀਆਂ ਗੱਲਾਂ, ਜੋ ਰੈਲੀਆਂ ਦੇ ਵਿੱਚ ਅੱਡੀਆਂ ਚੁੱਕ ਕੇ ਵਾਅਦੇ ਕੀਤੇ ਗਏ ਸੀ ਜਾਂ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਗਈਆਂ ਸੀ, ਉਹਨਾਂ ਤੋਂ ਹੁਣ ਤੁਹਾਨੂੰ ਮਹਿਸੂਸ ਹੁੰਦਾ ਕਿ ਮੁੱਕਰਦੀ ਹੋਈ ਪ੍ਰਤੀਤ ਹੋ ਰਹੀ ਹੈ? ਦੇਖੋ, ਉਹਦੇ 'ਚ ਕਾਫੀ ਚੀਜ਼ਾਂ ਸਾਹਮਣੇ ਆ ਰਹੀਆਂ। ਸਰਕਾਰ ਜਿਵੇਂ ਜੇ ਐਜੂਕੇਸ਼ਨ ਡਿਪਾਰਟਮੈਂਟ ਦੇ ਅਧਿਆਪਕਾਂ ਦੀ ਗੱਲ ਕਰੀਏ ਤਾਂ ਉਹ ਅਧਿਆਪਕ ਜਿਹੜੇ ਸਾਡੇ ਮਹਿਕਮੇ 'ਚ ਕੱਚੇ ਲਗਭਗ 15 16 ਸਾਲਾਂ ਤੋਂ 10 ਸਾਲ ਤੋਂ ਉੱਪਰ ਜਿਨ੍ਹਾਂ ਦਾ ਸਮਾਂ ਹੋ ਗਿਆ ਕੰਮ ਕਰਦੇ ਸੀਗੇ, ਬੜੀਆਂ ਨਿਗੂਣੀਆਂ ਤਨਖਾਹਾਂ ਤੇ ਉਹਨਾਂ ਦੇ ਨਾਲ ਸਰਕਾਰ ਬਣਨ ਤੋਂ ਪਹਿਲਾਂ ਮੌਜੂਦਾ ਪਾਰਟੀ ਦੇ ਜਾ ਕੇ ਉਹਨਾਂ ਦੇ ਧਰਨੇ ਪ੍ਰੋਟੈਸਟਾਂ ਦੇ ਵਿੱਚ ਵੀ ਇਹ ਵਾਅਦੇ ਸੀਗੇ ਕਿ ਤੁਹਾਨੂੰ ਪੱਕੇ ਕਰਾਂਗੇ। ਉਹਨਾਂ ਦੀ ਸਰਕਾਰ ਨੇ ਤਨਖਾਹ ਵਧਾਈ ਆ, ਤਨਖਾਹ ਵਧਾਈ ਅਸੀਂ ਚੰਗੀ ਕਹਿੰਦੇ ਆ ਵੀ ਤਨਖਾਹ ਵਧਾਉਣੀ ਚਾਹੀਦੀ ਸੀ। ਪਿਛਲੇ ਸਮੇਂ 'ਚ ਮਤਲਬ ਜਿਹੜੀ ਹੁਣ ਇਕੱਠੀ ਆ ਕੇ ਤਨਖਾਹ ਵਧਾਈ ਆ, ਉਹ ਤਾਂ ਉਹਨਾਂ ਦਾ ਬਹੁਤ ਵੱਡੀ ਲੁੱਟ ਹੋ ਰਹੀ ਸੀਗੀ ਪਿਛਲੇ ਸਮੇਂ, ਮਤਲਬ ਫਰੀਜ਼ ਹੋਇਆ ਸੀਗਾ ਉਹਨਾਂ ਦਾ। ਪਰ ਲੇਕਿਨ ਉਹਨਾਂ ਨੂੰ ਇਹ ਗੱਲ ਕਹਿ ਦੇਣੀ ਕਿ ਤੁਹਾਨੂੰ ਅਸੀਂ ਪੱਕਿਆਂ ਕਰਤਾ, ਇੱਕ ਜੋ ਸਰਕਾਰੀ ਕਰਮਚਾਰੀ ਦੇ ਉੱਤੇ ਚਾਹੇ ਉਹਦਾ ਕੋਈ ਜਿਸ ਤਰ੍ਹਾਂ ਦੇ ਵੀ ਭੱਤੇ ਮਿਲਣੇ ਹੁੰਦੇ ਆ, ਜਾਂ ਜੇ ਕਿਸੇ ਕਰਮਚਾਰੀ ਦੀ ਮੌਤ ਹੋ ਜਾਂਦੀ ਉਹ ਤੋਂ ਬਾਅਦ ਜਿਹੜੇ ਉਹਦੇ ਪਰਿਵਾਰ ਨੂੰ ਕੋਈ ਸਹੂਲਤਾਂ ਮਿਲਣੀਆਂ ਹੁੰਦੀਆਂ, ਉਹ ਸਾਰਾ ਕੁਝ ਆ ਜਿਹੜਾ ਇਸ ਤਰ੍ਹਾਂ ਦਾ ਉਹਦੇ ਵਿੱਚ ਨਹੀਂ ਹੈਗਾ। ਉਹਨਾਂ ਨੂੰ ਆਪਾਂ ਪੱਕੇ ਨਹੀਂ ਕਹਿ ਸਕਦੇ। ਦੇਖੋ, ਉਹ ਪੱਕੇ ਇਸ ਤਰ੍ਹਾਂ ਨਹੀਂ, ਉਹ ਪਹਿਲਾਂ ਉਹਨਾਂ ਨੂੰ ਇਦਾਂ ਪੱਕੇ ਥੋੜ੍ਹੀ ਕਿਹਾ ਜਾ ਸਕਦਾ ਜਦੋਂ CSR ਦੇ ਉਹਨਾਂ ਦੇ ਉੱਤੇ ਕੋਈ ਨਿਯਮੇ ਲਾਗੂ ਨਹੀਂ ਹੈਗੇ। ਉਹਨਾਂ ਨੂੰ ਇੱਕ ਸਰਕਾਰੀ ਮਤਲਬ ਇੱਕ MLA ਨੂੰ ਜੋ ਸਹੂਲਤਾਂ ਮਿਲਣੀਆਂ ਤੇ ਦੂਜੇ MLA ਨੂੰ ਜੇ ਉਹ ਸਹੂਲਤਾਂ ਨਹੀਂ ਮਿਲਦੀਆਂ, ਫਿਰ ਉਹਨੂੰ MLA ਕਿਵੇਂ ਕਹਿ ਦਾਂਗੇ ਆਪਾਂ? ਮੈਂਬਰ ਪਾਰਲੀਮੈਂਟ ਨੂੰ ਜੋ ਸਹੂਲਤਾਂ ਮਿਲਣੀਆਂ ਤਾਂ ਇੱਕ ਕੋਈ ਅਸੀਂ ਦੂਜੇ ਨੂੰ ਜਿਹਨੂੰ ਨਾ ਮਿਲਦੀਆਂ ਹੁਣ ਉਹਨੂੰ ਮੈਂਬਰ ਪਾਰਲੀਮੈਂਟ ਤਾਂ ਕਿਹਾ ਨਹੀਂ ਜਾ ਸਕਦਾ। ਇਸੇ ਤਰ੍ਹਾਂ ਜਿਹੜਾ ਇਹ ਬੜਾ ਸਾਫ਼ ਆ ਕਿ ਜੇ ਸਰਕਾਰੀ ਮੁਲਾਜ਼ਮ ਨੂੰ ਜਿਹੜੀਆਂ ਸਹੂਲਤਾਂ ਮਿਲਣੀਆਂ, ਇੱਕ ਪੇ ਸਟਰਕਚਰ ਹੁੰਦਾ ਹਰੇਕ ਪੋਸਟ ਦਾ, ਪੀਐਨ ਤੋਂ ਲੈ ਕੇ ਮਤਲਬ ਇੱਕ ਪੇ ਸਟਰਕਚਰ ਆ, ਉਹਦੇ ਰਾਹੀਂ ਉਹਦੀ ਭਰਤੀ ਕੀਤੀ ਜਾਂਦੀ ਆ। ਉਹਨਾਂ ਅਧਿਆਪਕਾਂ ਦੇ ਉੱਤੇ ਹਾਲੇ ਤੱਕ ਸਰਕਾਰ ਇਹ ਵੀ ਨਹੀਂ ਕਲੀਅਰ ਕਰ ਸਕੀ ਹੈਗੀ ਕਿ ਇਹਨਾਂ ਦਾ ਕਿਹੜਾ ਪੇ ਸਟਰਕਚਰ ਆ। ਤਨਖਾਹ ਜ਼ਰੂਰ ਵਧਾਈ ਆ, ਉਹਦਾ ਅਸੀਂ ਸਵਾਗਤ ਵੀ ਕਰਦੇ ਹਾਂ ਵੀ ਤਨਖਾਹ ਵਧੀ ਆ, ਪਰ ਲੇਕਿਨ ਇਹ ਕਹਿ ਕੇ ਇਹ ਪਹਿਲੀ ਵਾਰੀ ਹੋਇਆ ਨਹੀਂ, ਇਹ ਤਾਂ ਜ਼ਰੂਰ ਹੁੰਦਾ ਰਿਹਾ ਕਿ ਪੰਜਾਬ ਦੇ ਵਿੱਚ ਮੁਲਾਜ਼ਮ ਚਾਹੇ ਅਧਿਆਪਕ ਜਿਨ੍ਹਾਂ ਨੂੰ ਪੱਕਿਆਂ ਕੀਤਾ ਜਾਂਦਾ ਹੈ, ਕੋਈ 10 ਸਾਲਾ 5 ਸਾਲਾ ਕੋਈ ਵੀ ਸਕੀਮ ਲਾ ਕੇ ਜਿਹੜੇ ਕੱਚੇ ਤੌਰ ਤੇ ਕੰਮ ਕਰਦੇ ਹੁੰਦੇ ਆ, ਉਹਨਾਂ ਨੂੰ ਜਦੋਂ ਪੱਕਿਆਂ ਕੀਤਾ ਜਾਂਦਾ ਹੈ ਤਾਂ ਇਸ ਤਰ੍ਹਾਂ ਉਹਨਾਂ ਨੂੰ ਕਿਸੇ ਇੱਕ ਪੇ ਸਕੇਲ ਦੇ ਵਿੱਚ ਲਿਆ ਕੇ ਕੀਤਾ ਜਾਂਦਾ। CSR ਦੇ ਨਿਯਮ ਆ ਜਿਹੜੇ ਉਹਨਾਂ 'ਤੇ ਲਾਗੂ ਹੁੰਦੇ ਆ, ਇਹਨਾਂ ਦੇ ਉੱਤੇ ਲਾਗੂ ਨਹੀਂ ਹੋ ਰਹੇ ਹੈਗੇ। ਇਸੇ ਕਰਕੇ ਜਦੋਂ ਉਹ ਸਹੂਲਤਾਂ ਨਹੀਂ ਮਿਲਦੀਆਂ ਇੱਕ ਸਰਕਾਰੀ ਅਧਿਆਪਕ ਨੂੰ ਜਿਹੜੀਆਂ ਮਿਲਣੀਆਂ, ਤਾਂ ਫਿਰ ਅਸੀਂ ਕਿਵੇਂ ਮੰਨ ਲਈਏ ਵੀ ਇਹਨਾਂ ਨੂੰ ਮਤਲਬ ਸਰਕਾਰੀ ਸਿਸਟਮ ਦੇ ਵਿੱਚ ਇਹ ਸਰਕਾਰੀ ਤੌਰ ਤੇ ਪੱਕੇ ਕੀਤੇ ਗਏ? ਜਿਹੜੇ ਕਹਿਣ ਦਾ ਮਤਲਬ ਸਿਰਫ ਇਹ ਹੈ ਕਿ ਹਾਲੇ ਵੀ ਸਰਕਾਰ ਜਿਹੜੀ ਲੋਕਾਂ ਨੂੰ ਕਹਿ ਰਹੀ ਹੈ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆ, ਇਹ ਸਿਰਫ ਤੇ ਸਿਰਫ ਮੂੰਹ ਚੋਪੜ ਰਹੀ ਹੈ ਜਾਂ ਉਹਨਾਂ ਨੂੰ ਪਤਿਆਰ ਰਹੀ ਹੈ। ਜਿਵੇਂ ਅਸੀਂ ਬੱਚਾ ਬਰਾ ਲਈਦਾ, ਕੋਈ ਰੋਂਦਾ ਹੋਵੇ ਤੈਨੂੰ ਟੌਫੀ ਦੇ ਕੇ ਬਰਾ ਲਿਆ, ਇਹ ਸਿਰਫ ਲੋਲੀਪੌਪ ਵਾਲੀ ਕੰਮ ਆ। ਦੇਖੋ, ਹੁਣ ਤੱਕ ਪੋਜੀਸ਼ਨ ਇਹੀ ਆ, ਨਜ਼ਰ ਇਸ ਤਰ੍ਹਾਂ ਹੀ ਆ ਰਹੀ ਆ। ਸਰਕਾਰ ਆਪਣੀਆਂ ਕਹੀਆਂ ਹੋਈਆਂ ਜਿਹੜੀਆਂ ਸਰਕਾਰ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਗੱਲਾਂ ਸਰਕਾਰ ਬਣਨ ਤੋਂ ਪਹਿਲਾਂ ਕੀਤੀਆਂ ਸੀਗੀਆਂ, ਉਹ ਤੋਂ ਬੇਮੁਖ ਹੁੰਦੀ ਨਜ਼ਰ ਆ ਰਹੀ ਆ। ਚਾਹੇ ਉਹ ਐਜੂਕੇਸ਼ਨ ਆ, ਚਾਹੇ ਉਹ ਕੋਈ ਹੋਰ ਫੀਲਡ ਆ। ਹੁਣ ਤੁਸੀਂ ਦੇਖੋ ਪੰਜਾਬ 'ਚ ਹੜ੍ਹਾਂ ਦੀ
ਬਹੁਤ ਵੱਡੀ ਤਬਾਹੀ ਮੱਚੀ। ਮੁੱਖ ਮੰਤਰੀ ਸਾਹਿਬ ਨੇ ਵੱਡੇ ਵੱਡੇ ਬਿਆਨ ਦਿੱਤੇ ਕਿ ਜਿਹੜੇ ਮਤਲਬ ਹੜ੍ਹ ਪੀੜਤਾਂ ਉਹਨਾਂ ਦੀ ਮੈਂ ਹਰ ਤਰ੍ਹਾਂ ਦਾ ਸਾਡੀ ਸਰਕਾਰ ਸਹਾਇਤਾ ਕਰੂਗੀ। ਮੈਨੂੰ ਚੇਤਾ ਹੈ ਕਿ ਬਹੁਤ ਸਾਰੀ ਜਿਹੜੀ ਹੈਗੀ ਆ ਫਸਲ ਪੰਜਾਬ ਦੇ ਲੋਕਾਂ ਦੀ ਤਬਾਹ ਹੋ ਗਈ ਆ, ਬਹੁਤ ਸਾਰੇ ਮਜ਼ਦੂਰਾਂ ਦੇ ਘਰ ਡਿੱਗ ਗਏ ਆ ਅਤੇ ਮਤਲਬ ਬੋਰ ਆ ਜਿਹੜੇ ਉਹ ਖਰਾਬ ਹੋ ਗਏ ਆ। ਇੱਦਾਂ ਦੀਆਂ ਪੋਜੀਸ਼ਨਾਂ ਜਿਹੜੀਆਂ ਇਹ ਸਾਰੀਆਂ ਆਈਆਂ। ਇੱਕ ਪਾਸੇ ਮੁੱਖ ਮੰਤਰੀ ਸਾਹਿਬ ਦੇ ਬਿਆਨ ਸੁਣਦੇ ਸੀਗੇ ਮੀਡੀਆ 'ਤੇ ਕਿ ਅਸੀਂ ਮਤਲਬ ਮੁਰਗੀ ਤੱਕ ਦਾ ਮੁਆਵਜ਼ਾ ਦੇਣਾ ਹੈ, ਪਰ ਹੁਣ ਤੱਕ ਜਦੋਂ ਸਾਨੂੰ ਪਤਾ ਲੱਗਦਾ ਅਸੀਂ ਪਿੰਡਾਂ 'ਚ ਰਹਿਣ ਵਾਲੇ ਲੋਕ ਤਾਂ ਕਿਸਾਨਾਂ ਨੂੰ ਕਿਤੇ ਕੋਈ ਹਾਲੇ ਤੱਕ ਕੁਝ ਵੀ ਨਹੀਂ ਆਇਆ। ਕੋਈ ਇੱਦਾਂ ਦੀਆਂ ਗਿਰਦਾਵਰੀਆਂ ਤੱਕ ਵੀ ਨਹੀਂ ਹੋਈਆਂ ਹੈਗੀਆਂ ਕਿ ਕਿਹਨਾਂ ਲੋਕਾਂ ਨੇ ਫਸਲ ਦੁਬਾਰਾ ਲਾਈ ਆ ਜਾਂ ਕਿਹਨਾਂ ਲੋਕਾਂ ਦੀ ਕਿੰਨੀ ਫਸਲ ਤਬਾਹ ਹੋ ਗਈ ਆ, ਅਤੇ ਘਰ ਜਿਨ੍ਹਾਂ ਨੇ ਘਰ ਮਤਲਬ ਢਹਿ ਢੇਰੀ ਹੋ ਗਏ ਆ ਉਹਨਾਂ ਨੂੰ ਵੀ ਕੋਈ ਖਾਸ ਸਹੂਲਤ ਨਹੀਂ ਮਿਲੀ ਹੈਗੀ। ਇਸ ਤਰੀਕੇ ਦੇ ਨਾਲ ਜੇ ਇਹ ਸਾਰਾ ਸਟਰਕਚਰ ਚਾਹੇ ਉਹ ਐਜੂਕੇਸ਼ਨ ਦਾ ਹੈ ਚਾਹੇ ਕੋਈ ਹੈਲਥ ਦਾ ਹੈ, ਜੇ ਸਾਰਾ ਦੇਖਦੇ ਹਾਂ ਤਾਂ ਉੱਥੇ ਸਾਨੂੰ ਕੋਈ ਖਾਸ ਤਬਦੀਲੀ ਨਜ਼ਰ ਨਹੀਂ ਆ ਰਹੀ। ਐਗਜ਼ਾਮਪਲ ਦੇ ਤੌਰ ਦੇ ਉੱਤੇ ਅਸੀਂ ਐਜੂਕੇਸ਼ਨ ਦੇ ਵਿੱਚ ਦੋ ਸਾਡੇ ਸਟਰਕਚਰ ਚੱਲਦੇ ਕਿ ਪ੍ਰਾਇਮਰੀ 5ਵੀਂ ਤੱਕ ਮਲਟੀ ਸਬਜੈਕਟ ਜਿਹੜਾ ਅਧਿਆਪਕ ਹੈਗਾ ਉਹ ਚੱਲਦਾ, ਅਤੇ ਉਸ ਤੋਂ ਬਾਅਦ 6th ਕਲਾਸ ਤੋਂ ਸਬਜੈਕਟ ਵਾਈਜ਼ ਟੀਚਰ ਆ ਜਿਹੜਾ। ਅਸੀਂ ਲਗਾਤਾਰ ਇਹ ਸਾਡੇ ਨਾਲ ਪਹਿਲਾਂ ਸਹਿਮਤ ਹੁੰਦੇ ਰਹੇ ਵੀ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਇੱਦਾਂ ਹੀ ਕਰਾਂਗੇ, ਪਰ ਅੱਜ ਸਰਕਾਰ ਪਿੱਛੇ ਹਟ ਰਹੀ ਆ। ਅਤੇ ਇਹ ਪੋਜੀਸ਼ਨ ਹੈਗੀ ਆ ਕਿ ਚਾਹੀਦਾ ਇਹ ਆ ਵੀ 7 ਕਲਾਸਾਂ ਸਾਡੇ ਡਿਪਾਰਟਮੈਂਟ ਦੇ ਵਿੱਚ 5ਵੀਂ ਦੇ ਨਾਲ 2 ਕਲਾਸਾਂ LKG ਅਤੇ UKG ਹੋਰ ਆ ਜਿਹੜੀਆਂ ਜੁੜ ਗਈਆਂ 2017 ਤੋਂ ਬਾਅਦ। ਪਹਿਲੀ ਸਰਕਾਰ ਨੇ ਵੀ ਬਿਨਾਂ ਕੋਈ ਪ੍ਰੀ ਪ੍ਰਾਇਮਰੀ ਅਧਿਆਪਕ LKG UKG ਦੇ ਲਈ ਕੋਈ ਅਧਿਆਪਕ ਭਰਤੀ ਕਰੇ ਤੋਂ ਬਿਨਾਂ ਪੂਰੇ ਸਾਲ ਲੰਘਾਤੇ। ਹੁਣ ਮੌਜੂਦਾ ਸਰਕਾਰ ਆ ਜਿਹੜੀ ਉਹ ਵੀ ਪੋਜੀਸ਼ਨ ਇਹੀ ਆ ਕਿ ਮਤਲਬ ਕਲਾਸ ਵਾਈਜ਼ 7 ਕਲਾਸਾਂ ਨੂੰ 7 ਅਧਿਆਪਕ ਦੇਣ ਦੀ ਬਜਾਏ ਇੱਕ 2 ਅਧਿਆਪਕਾਂ ਨਾਲ ਹੀ ਜਿਹੜਾ ਕੰਮ ਆ ਚਲਾਇਆ ਜਾ ਰਿਹਾ ਹੈ। ਇਸੇ ਤਰੀਕੇ ਦੇ ਨਾਲ ਅੱਗੇ ਜਾ ਕੇ ਸਬਜੈਕਟ ਵਾਈਜ਼ ਅਧਿਆਪਕ ਦੇਣਾ ਹੁੰਦਾ। ਉੱਥੇ ਵੀ ਇੱਕ ਮਿਡਲ ਸਕੂਲ ਆ, ਜਿਹੜੇ ਮਿਡਲ ਸਕੂਲਾਂ ਦੇ ਵਿੱਚ ਕਈ ਜਗ੍ਹਾ 3 ਅਧਿਆਪਕ, ਉੱਥੇ ਬੱਚਿਆਂ ਨਾਲ ਐਜੂਕੇਸ਼ਨ ਨੂੰ ਕੰਪੇਅਰ ਕੀਤਾ ਜਾ ਰਿਹਾ ਹੈ। ਦੇਖੋ, ਜਦੋਂ ਕੋਈ ਵੀ ਸਰਕਾਰ, ਚਾਹੇ ਉਹ ਪੰਜਾਬ ਦੀ ਸਰਕਾਰ ਆ, ਚਾਹੇ ਸਾਡੇ ਦੇਸ਼ ਦੀ ਸਰਕਾਰ ਆ, ਚਾਹੇ ਕਿਸੇ ਹੋਰ ਸਟੇਟ ਦੀ ਸਰਕਾਰ ਆ, ਜਦੋਂ ਉਹ ਜਿਹੜੀ ਐਜੂਕੇਸ਼ਨ ਆ ਉਹਨੂੰ ਮਤਲਬ ਆਪਣੇ ਆਰਥਿਕ ਖਜ਼ਾਨੇ ਦੇ ਨਾਲ ਤੋਲਣ ਲੱਗ ਜੂਗੀ, ਫਿਰ ਉੱਥੇ ਬਿਹਤਰ ਐਜੂਕੇਸ਼ਨ ਨਹੀਂ ਦਿੱਤੀ ਜਾ ਸਕਦੀ। ਮੈਂ ਐਗਜ਼ਾਮਪਲ ਦੇ ਤੌਰ 'ਤੇ ਕਹਿਣਾ ਚਾਹੁੰਦਾ ਕਿ ਕੋਈ ਗਰੀਬ ਤੋਂ ਗਰੀਬ ਮਾਪਾ ਵੀ ਕੋਸ਼ਿਸ਼ ਕਰਦਾ ਕਿ ਜਿੰਨਾ ਕੁ ਉਹਦੇ ਕੋਲੇ ਬੱਚਤ ਹੁੰਦੀ ਆ ਉਹ ਆਪਣੇ ਬੱਚੇ ਨੂੰ ਉਸ ਐਜੂਕੇਸ਼ਨ ਵਾਸਤੇ, ਚਾਹੇ ਉਹਦੇ ਬੈਗ ਦੀ ਜ਼ਰੂਰਤ ਆ, ਚਾਹੇ ਉਹਦੇ ਕੋਈ ਪੈਨਸਲ ਦੀ ਜ਼ਰੂਰਤ ਆ, ਚਾਹੇ ਉਹਨੂੰ ਕੋਈ ਰੇਜ਼ਰ ਦੀ ਜ਼ਰੂਰਤ ਆ, ਜ਼ਿਆਦਾ ਵੀ ਜ਼ਰੂਰਤ ਆ, ਉਹ ਜਿੰਨੀ ਉਹਦੀ ਹੈਸੀਅਤ ਆ ਉਹਦੇ ਨਾਲੋਂ ਵੱਧ ਕੇ ਪੂਰੀ ਕਰਨ ਦੀ, ਆਪਣੀ ਰੋਟੀ ਨੂੰ ਰੋਕ ਕੇ ਉਹਨੂੰ ਪੂਰੀ ਕਰਨ ਦੀ ਯਤਨ ਕਰਦਾ। ਪਰ ਸਾਡੀ ਸਰਕਾਰ ਆ ਜਿਹੜੀ, ਸਾਡੀ ਸਰਕਾਰ ਨੂੰ ਚਾਹੀਦਾ, ਸਾਡੇ ਤਾਂ ਅਧਿਆਪਕ ਨਹੀਂ ਸਟਰਕਚਰ ਦੇ ਅਨੁਸਾਰ ਪੂਰੇ ਹੋਏ। ਘੱਟੋ ਘੱਟ 7 ਕਲਾਸਾਂ ਦੇ ਲਈ ਜੇ ਤੁਸੀਂ 7 ਅਧਿਆਪਕ ਤੁਹਾਡੇ ਕੋਲੇ ਕੋਈ ਲੱਗਦਾ ਹੈ ਪਹਿਲੇ ਪੜਾਅ ਦੇ ਵਿੱਚ, ਪਹਿਲੇ 1.5 ਸਾਲਾਂ ਦੇ ਵਿੱਚ, ਤਾਂ ਇਦਾਂ ਦੀ ਪੋਜੀਸ਼ਨ 'ਚ ਆ ਜਾਣੀ ਚਾਹੀਦੀ ਸੀਗੀ ਕਿ ਘੱਟੋ ਘੱਟ ਜਿਹੜੇ ਅਧਿਆਪਕ ਆ ਉਹ 4 ਜਾਂ 5 ਅਧਿਆਪਕ ਤਾਂ ਪਹਿਲੇ ਪੜਾਅ 'ਚ ਭੇਜ ਦਿਓ, ਬਾਕੀ ਜਿਹੜੇ ਰਹਿੰਦੇ ਉਹਨਾਂ ਨੂੰ ਅਗਲੇ ਸਾਲ 'ਚ ਭੇਜ ਦਿਓ। ਅਤੇ ਉੱਥੇ ਕੀ ਸਰਕਾਰ ਪੈਂਤੜਾ ਲੈਂਦੀ ਹੈ ਜੀ, ਉੱਥੇ ਬੱਚਿਆਂ ਦੀ ਗਿਣਤੀ ਹੈ, ਜੇ ਕਿਤੇ 30 ਬੱਚੇ ਆ ਵੀ ਤਾਂ 7 ਕਲਾਸਾਂ ਲਈ ਅਸੀਂ ਉੱਥੇ ਕਿਵੇਂ 7 ਅਧਿਆਪਕ ਭੇਜ ਦਈਏ। ਜੇ ਇਹ ਬਿਲਕੁਲ ਜਿਹੜਾ ਰੌਂਗ ਆ, ਜਦੋਂ 7 ਕਲਾਸਾਂ ਹੈ, ਚਾਹੇ ਬੱਚੇ 30 ਆ ਚਾਹੇ 40 ਆ, ਪਰ ਬੈਠੇ ਤਾਂ ਉਹ 7 ਕਲਾਸਾਂ 'ਚ ਆ, ਫਿਰ ਉਹ 7 ਕਲਾਸਾਂ 'ਚ ਬੈਠੇ ਆ ਤਾਂ ਅਧਿਆਪਕ ਇੱਕ ਸਮੇਂ ਤਾਂ ਇੱਕ ਕਲਾਸ ਨੂੰ ਹੀ ਪੜ੍ਹਾਏਗਾ। ਅਤੇ ਸਾਡਾ ਇੱਕ ਫਿਨਲੈਂਡ ਵਰਗੇ ਦੇਸ਼, ਇੱਕ ਇੱਦਾਂ ਦੇ ਦੇਸ਼ ਜਿੱਥੇ ਇੱਕ ਬੱਚੇ ਦੇ ਲਈ, ਬੱਚੇ ਦੀ ਪੜ੍ਹਾਈ ਵਾਸਤੇ ਟ੍ਰੇਨਾਂ ਚੱਲ ਰਹੀਆਂ, ਅਸੀਂ ਗੱਲ ਉੱਥੇ ਜਾ ਕੇ ਟ੍ਰੇਨਿੰਗ, ਸਿੰਗਾਪੁਰ ਦੇ ਵਿੱਚ ਅਸੀਂ ਟ੍ਰੇਨਿੰਗ ਦਵਾ ਰਹੇ ਹਾਂ, ਟੀਚਰਾਂ ਨੂੰ ਕਦੇ ਕਿਤੇ ਭੇਜ ਰਹੇ ਹਾਂ। ਲੋੜ ਤਾਂ ਹੈਗੀ ਆ ਕਿ ਸਾਨੂੰ ਸਭ ਤੋਂ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਅਧਿਆਪਕਾਂ, ਜਿਹੜੇ ਜੇ ਪਹਿਲਾਂ ਸਕੂਲ ਦੇ ਵਿੱਚ ਅਧਿਆਪਕ ਹੋਣਗੇ ਫਿਰ ਲੋਕਾਂ ਦਾ ਵਿਸ਼ਵਾਸ ਆ ਜਿਹੜਾ ਜੁੜੂਗਾ। ਜਿਹੜਾ ਪਿਛਲੇ ਲੰਮੇ ਸਮੇਂ ਤੋਂ ਅਧਿਆਪਕਾਂ ਦੀ ਅਣਹੋਂਦ ਕਰਕੇ ਜਿਹੜਾ ਘਟਿਆ ਹੈਗਾ, ਉਹ ਸਭ ਤੋਂ ਮੇਨ ਜ਼ਰੂਰਤ ਆ ਕਿ ਪਹਿਲਾਂ ਸਕੂਲਾਂ ਦੇ ਵਿੱਚ ਦੋਹੇ ਕੰਮ ਪੂਰੇ ਹੁੰਦੇ ਆ ਉਹਦੇ ਨਾਲ। ਇੱਕ ਬੱਚਿਆਂ ਨੂੰ ਅਧਿਆਪਕ ਮਿਲਣਗੇ, ਦੂਜੇ ਮਾਨ ਸਾਹਿਬ ਦਾ ਬੜਾ ਹੁਣ ਵੀ ਕਹਿ ਦਿੰਦੇ ਆ, ਉਹ ਪਹਿਲਾਂ ਤਾਂ ਬੜਾ ਗਿੱਬ ਕੇ ਹੀ ਕਹਿੰਦੇ ਰਹੇ, ਹੁਣ ਵੀ ਕਹਿੰਦੇ ਆ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ, ਸਾਡਾ ਜਿਹੜਾ ਇੱਥੋਂ ਦੀ ਨੌਜਵਾਨੀ, ਇੱਥੋਂ ਦਾ ਮਾਈਂਡ ਜਿਹੜਾ ਡਰੇਨ ਹੋ ਰਿਹਾ ਉਹਨੂੰ ਅਸੀਂ ਰੋਕਣਾ ਹੈ। ਪਰ ਉਹਨੂੰ ਮਤਲਬ ਉਹ ਤਦੇ ਰੁਕੂਗਾ ਜੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੂਗਾ, ਪੂਰਾ ਰੁਜ਼ਗਾਰ ਮਿਲੂਗਾ, ਵਧੀਆ ਰੁਜ਼ਗਾਰ ਮਿਲੂਗਾ। ਜੇ ਹੁਣ ਤੁਸੀਂ ਅਧਿਆਪਕਾਂ ਨੂੰ 10,000 ਰੁਪਏ ਭਰਤੀ ਦੇ ਉੱਤੇ 3 ਸਾਲ ਲਈ ਪ੍ਰੋਬੇਸ਼ਨ 'ਤੇ ਰੱਖਣਾ, ਫਿਰ ਪੰਜਾਬ ਦੀ ਨੌਜਵਾਨੀ ਅਬਰੋਡ ਜਾਣ ਤੋਂ ਕਿਉਂ ਰੁਕੂਗੀ, ਕਿਵੇਂ ਰੁਕ ਜੂਗੀ? ਬਿਲਕੁਲ ਜੀ, ਇਹ ਵੀ ਇੱਕ ਬਹੁਤ ਵੱਡਾ ਸਵਾਲ ਆ ਕਿ ਜੇਕਰ ਇੱਥੇ ਆਪਣੇ ਮੁਲਕ ਦੇ ਵਿੱਚ ਜਿਸ ਤਰੀਕੇ ਦੀਆਂ ਉਹਨਾਂ ਨੇ ਪੜ੍ਹਾਈਆਂ ਕੀਤੀਆਂ ਨੇ ਉਹਦੇ ਬਰਾਬਰ ਉਹਨਾਂ ਨੂੰ ਬਣਦਾ ਮਾਣ ਭੱਤਾ ਦੇ ਕੇ ਰੁਜ਼ਗਾਰ ਨਹੀਂ ਮੁਹੱਈਆ ਕਰਵਾਇਆ ਜਾਂਦਾ, ਤਾਂ ਫਿਰ ਉਹ ਨੌਜਵਾਨ ਇੱਥੇ ਕਿਉਂ ਰੋਲਣਗੇ ਗੀਜਿਆਂ ਦੇ ਵਿੱਚ ਡਿਗਰੀਆਂ ਪਾ ਕੇ। ਆਖਰੀ ਸਵਾਲ, ਜਿਹੜੇ ਸਾਡੇ ਅਧਿਆਪਕ ਆ ਨਾ, ਉਹ ਘਰੋਂ ਤਿਆਰ ਬਿਆਰ ਹੋ ਕੇ ਆਉਂਦੇ ਚੁੱਲ੍ਹੇ ਮੁੱਢ ਢਾਹ ਦਿੱਤੇ ਜਾਂਦੇ ਆ। ਉਸ ਤੋਂ ਬਾਅਦ ਵੱਡੇ ਵੱਡੇ ਲੀਡਰ ਆਉਂਦੇ ਆ, ਤੁਹਾਡੇ ਸਕੂਲਾਂ ਦੇ ਵਿੱਚ ਬਣਦੇ ਹੋਏ ਮਿਡ ਡੇ ਮੀਲ ਦੇ ਵਿੱਚ ਉਹ ਆਣ ਕੇ ਟਮਾਟਰ ਭਾਲਦੇ ਆ, ਤੁੜਕਾ ਭਾਲਦੇ ਆ, ਦਬਕੇ ਵੀ ਮਾਰ ਜਾਂਦੇ ਆ, ਕਾਰਵਾਈਆਂ ਦੇ ਡਰਾਵੇ ਵੀ ਦੇ ਜਾਂਦੇ ਆ। ਉਸ ਤੋਂ ਬਾਅਦ ਚੱਕ ਕੱਛ ਦੇ ਵਿੱਚ ਡਾਕ ਮਾਰ ਅਤੇ ਤੁਰ ਪਾ ਅਗਲੇ ਦਫ਼ਤਰ ਨੂੰ,
ਉਸ ਤੋਂ ਬਾਅਦ ਫਿਰ ਮਰਦਮਸ਼ੁਮਾਰੀ ਆ ਗਈ, ਫਿਰ ਵੋਟਾਂ ਆ ਗਈਆਂ, ਫਿਰ ਹੋਰ ਕਈ ਕੁਛ ਆ ਗਿਆ। ਪਿੱਛੇ ਜੇ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਆਪਾਂ ਇਹ ਕੰਮ ਹਟਾ ਦੇਣਾ ਹੈ। ਤੁਹਾਨੂੰ ਕੀ ਲੱਗਦਾ ਹੈ, ਗੱਡੇ ਨਾਲੋਂ ਕੱਟਾ ਖੋਲ ਦੇਣਗੇ? ਦੇਖੋ, ਜੇ ਖੁੱਲ੍ਹ ਜਾਵੇ ਤਾਂ ਬਹੁਤ ਚੰਗੀ ਗੱਲ ਆ, ਸਿੱਖਿਆ ਦਾ ਸੁਧਾਰ ਹੋ ਸਕਦਾ ਹੈ। ਪਰ ਮੁੱਖ ਮੰਤਰੀ ਸਾਹਿਬ ਨੇ ਹੁਣ ਵੀ ਬਿਆਨ ਦਿੱਤਾ ਹੈ, ਜਿਸ ਦਿਨ ਟੀਚਰ ਡੇ ਸੀਗਾ 5 ਸਤੰਬਰ ਨੂੰ, ਪਿਛਲੇ ਸਾਲ ਵੀ ਸੀ, ਤੇ ਉਹ ਤੋਂ ਵਿਚਕਾਰ ਵੀ ਜਿਸ ਦਿਨ ਕੱਚੇ ਅਧਿਆਪਕਾਂ ਦੀ ਤਨਖਾਹ ਵਧਾਈ ਆ ਉਸ ਦਿਨ ਵੀ ਸੀਗਾ। ਲਗਾਤਾਰ ਬਿਆਨ ਇਹ ਆ ਰਹੇ ਆ ਕਿ ਹੁਣ ਅਧਿਆਪਕ ਕੋਈ ਗੈਰ ਵਿਦਿਅਕ ਕੰਮ ਨਹੀਂ ਕਰਨਗੇ। ਪਰ ਪੋਜੀਸ਼ਨ ਜਿਉਂ ਦੀ ਤਿਉਂ ਆ, ਜਿਵੇਂ ਪਹਿਲਾਂ ਸੀ ਉਸੇ ਤਰੀਕੇ ਦੇ ਨਾਲ ਅਧਿਆਪਕਾਂ ਤੋਂ BLO ਡਿਊਟੀ ਲਈ ਜਾਂਦੀ ਆ, ਉਸੇ ਤਰੀਕੇ ਦੇ ਨਾਲ ਜਿਹੜੇ ਹੋਰ ਕੋਈ ਗੈਰ ਵਿਦਿਅਕ ਕੰਮ ਆ ਅਧਿਆਪਕਾਂ ਤੋਂ ਉਹ ਲਏ ਜਾਂਦੇ ਆ, ਤੇ ਮਤਲਬ ਉਹਦੇ 'ਚ ਕੋਈ ਫਰਕ ਨਹੀਂ ਪਿਆ ਹੈਗਾ। ਇਸ ਕਰਕੇ ਅਸੀਂ ਇਹ ਆਸ ਨਾਲ ਤਾਂ ਸਰਕਾਰ ਲੈ ਕੇ ਆਂਦੀ ਸੀ ਵੀ ਗੱਡੇ ਨਾਲੋਂ ਕੱਟਾ ਖੋਲ੍ਹਣਗੇ, ਪਰ ਲੇਕਿਨ ਹਾਲੇ ਤੱਕ ਖੁੱਲ੍ਹਿਆ ਨਹੀਂ ਹੈਗਾ। ਇਸ ਲਿਹਾਜ਼ ਦੇ ਨਾਲ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਧਿਆਪਕ ਤੋਂ ਇਕੱਲਾ ਅਧਿਆਪਨ ਦਾ ਕੰਮ ਲਿਆ ਜਾਵੇ। ਬਾਕੀ ਜਿਹੜੀ ਤੁਸੀਂ ਮਿਡ ਡੇ ਮੀਲ ਦੀ ਗੱਲ ਕੀਤੀ, ਮਿਡ ਡੇ ਮੀਲ ਦੇ ਲਈ ਇੱਦਾਂ ਦੀ ਪੋਜੀਸ਼ਨ ਅਧਿਆਪਕ ਜਿੰਨੀ ਰਾਸ਼ੀ ਆਉਂਦੀ ਆ ਉਸ ਰਾਸ਼ੀ ਦੇ ਮੁਤਾਬਕ ਯਤਨ ਪੂਰਾ ਹੈ। ਅਧਿਆਪਕ ਤਾਂ ਇੱਥੋਂ ਤੱਕ ਆ ਕਿ ਹੁਣ ਹਾਲੇ ਸਾਡੀ ਜਿਹੜੀ ਮਤਲਬ UKG ਦੀ ਕਲਾਸ ਆ ਉਹਦੇ ਲਈ ਹੁਣ ਇਸ ਸਤੰਬਰ ਤੋਂ ਸ਼ੁਰੂ ਕੀਤਾ ਹੈ, ਬਲਕਿ ਅਧਿਆਪਕ ਤਾਂ ਆਪਣੇ ਪੱਲਿਓਂ ਆਪਣੇ ਸਾਧਨ ਜੁਟਾ ਕੇ ਕੋਸ਼ਿਸ਼ ਕਰਦੇ ਸੀਗੇ ਕਿ ਜਿਹੜੇ ਪ੍ਰੀ ਪ੍ਰਾਇਮਰੀ ਦੇ ਬੱਚੇ ਆ ਉਹਨਾਂ ਨੂੰ ਵੀ ਖਾਣਾ ਖਵਾ ਕੇ ਤੋਰਦੇ ਸੀਗੇ। ਤੇ ਇਸ ਤਰੀਕੇ ਦੇ ਨਾਲ ਜਿੱਡੀ ਕਿ ਵਿਵਸਥਾ ਹੈਗੀ ਆ ਉਸ ਵਿਵਸਥਾ ਦੇ ਅਨੁਸਾਰ ਅਧਿਆਪਕ ਪੂਰਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਕੇ ਖਾਣਾ ਤਿਆਰ ਕਰਦੇ ਆ। ਜਿੱਥੋਂ ਤੱਕ ਮੰਤਰੀ ਜੀ ਜਾਂ ਸਰਕਾਰ ਦਾ, ਉਹ ਮੈਂ ਬੜਾ ਤੁਹਾਨੂੰ ਸਾਫ਼ ਕਹਿਣਾ ਚਾਹੁੰਦਾ, ਸਰਕਾਰ ਨੂੰ ਵੀ ਬੜਾ ਸਾਫ਼ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਅਧਿਆਪਕਾਂ ਦੀ ਜਥੇਬੰਦੀ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ, ਜਦੋਂ ਇੰਦਰਾ ਗਾਂਧੀ ਜੀ ਇਹ ਕਹਿੰਦੇ ਸੀਗੇ ਕਿ ਇੰਦਰਾ ਗਾਂਧੀ ਹੀ ਭਾਰਤ ਆ ਤੇ ਐਮਰਜੈਂਸੀ ਲੱਗੀ, ਪੰਜਾਬ ਦੇ ਅਧਿਆਪਕਾਂ ਦੀ ਜਥੇਬੰਦੀ ਗਵਰਨਮੈਂਟ ਟੀਚਰ ਯੂਨੀਅਨ ਦੀ ਪੰਜਾਬ 'ਚ ਚੋਣ ਹੋ ਕੇ ਐਮਰਜੈਂਸੀ ਨੂੰ ਇਹ ਸ਼ੀਸ਼ਾ ਦਿਖਾਇਆ ਕਿ ਲੋਕਤੰਤਰ ਆ ਭਾਰਤ ਦੇ ਵਿੱਚ। ਇਸ ਕਰਕੇ ਇਹ ਭੁਲੇਖਾ ਹੋ ਸਕਦਾ, ਇਹ ਸਾਡੇ ਮੌਜੂਦਾ ਮੁੱਖ ਮੰਤਰੀ ਸਾਹਿਬ ਦਾ ਹੋ ਸਕਦਾ ਜਾਂ ਕਿਸੇ ਹੋਰ ਦਾ ਹੋ ਸਕਦਾ ਕਿ ਲਾਠੀ ਗੋਲੀ ਦੇ ਨਾਲ ਲੋਕਤੰਤਰ ਨੂੰ ਤੋੜਿਆ ਜਾ ਸਕਦਾ। ਨਾਲ ਇਹ ਪਾਰਟੀ ਤਾਂ ਨਿਕਲੀ ਉਹਦੇ ਵਿੱਚੋਂ ਆਪਣੇ ਆਪ ਨੂੰ ਕਹਿੰਦੀ ਆ, ਤੇ ਇਸ ਤਰੀਕੇ ਦੇ ਨਾਲ ਇਹ ਪੰਜਾਬ ਦੇ ਲੋਕਾਂ ਨੂੰ ਨਹੀਂ ਦਵਾਇਆ ਜਾ ਸਕਦਾ ਡਰਾ ਧਮਕਾ ਕੇ। ਬੇਸਿਕ ਜ਼ਰੂਰਤ ਆ ਕਿ ਬੇਸਿਕ ਤੌਰ ਦੇ ਉੱਤੇ ਅਧਿਆਪਕਾਂ ਨੂੰ ਭਰਤੀ ਕਰਨ ਦੀ ਜ਼ਰੂਰਤ ਆ, ਇਨਫਰਾਸਟ੍ਰਕਚਰ ਦੇਣ ਦੀ ਜ਼ਰੂਰਤ ਆ। ਤੁਸੀਂ ਇਹ ਨਹੀਂ ਹੈਗਾ ਕਿ ਕੁਛ ਚੰਦ ਸਕੂਲਾਂ ਦੀ ਬਾਹਰੋਂ ਦੇਖਣ ਨੂੰ ਸਮਾਰ ਕੇ ਲੋਕਾਂ ਨੂੰ ਇੱਦਾਂ ਦਿਖਾ ਦਿਓ ਵੀ ਸਾਡੀ ਸਰਕਾਰ ਸਿੱਖਿਆ ਦੇ ਉੱਤੇ ਬਹੁਤ ਕੰਮ ਕਰ ਰਹੀ ਆ। ਇਹ ਬਹੁਤੀ ਦੇਰ ਨਹੀਂ ਚੱਲਣੀ, ਪਹਿਲਾਂ ਦੀ ਚੱਲੀ ਨਹੀਂ। 4 ਬਾਲਟੀਆਂ ਨਾਲ ਰੰਗ ਕਰਕੇ ਇਹ ਪਹਿਲਾਂ ਸਰਕਾਰਾਂ ਦੇ ਉੱਪਰ ਇਲਜ਼ਾਮ ਲੱਗਦੇ ਰਹੇ ਆ ਕਿ 2 ਬਾਲਟੀਆਂ ਪੇਂਟ ਦੀਆਂ ਲਿਆ ਕੇ ਰੰਗ ਕਰਕੇ ਸਕੂਲ ਸਮਾਰਟ ਨਹੀਂ ਬਣਨੇ। ਇਹ ਸੇਮ ਹੀ ਕਨਸੈਪਟ ਆ। ਦੇਖੋ, ਹਾਲੇ ਤੱਕ ਪੋਜੀਸ਼ਨ ਆ ਜਿਹੜੀ ਉਹ ਉਸੇ ਤਰ੍ਹਾਂ ਹੈ। ਜਿਵੇਂ ਇਹੀ ਪਾਰਟੀ ਇਹ ਗੱਲ ਕਹਿੰਦੀ ਸੀਗੀ ਕਿ ਜਿਹੜੀ ਪਹਿਲੀ ਸਰਕਾਰ 17 ਤੋਂ ਬਾਅਦ ਜਿਹੜੀ ਸਰਕਾਰ ਕਾਂਗਰਸ ਦੀ ਗਈ ਆ ਵੀ ਉਹ ਅੰਕੜਿਆਂ ਦੀ ਗੇਮ ਖੇਡ ਰਹੀ ਹੈ ਐਜੂਕੇਸ਼ਨ ਡਿਪਾਰਟਮੈਂਟ 'ਚ, ਚਾਹੇ ਉਹ ਸਕੂਲਾਂ ਦੀਆਂ ਦੀਵਾਰਾਂ ਨੂੰ ਲਿਪਾ ਪੋਚੀ ਕਰਨ ਦੀ ਗੱਲ ਹੈਗੀ ਆ, ਚਾਹੇ ਉਹ ਅੰਕੜਿਆਂ ਦੇ ਰਾਹੀਂ ਰਿਜ਼ਲਟ ਬਣਾਉਣ ਦੀ ਗੱਲ ਹੈਗੀ ਆ, ਚਾਹੇ ਉਹ ਦਾਖਲਿਆਂ ਦੀ ਗੱਲ। ਹੁਣ ਤੱਕ ਸਰਕਾਰ ਜਿਹੜੀ ਇਹ ਹੈਗੀ ਆ ਇਹ ਵੀ ਉਸੇ ਤਰਜ਼ 'ਤੇ ਸਾਨੂੰ ਜਥੇਬੰਦਕ ਤੌਰ 'ਤੇ ਚੱਲਦੀ ਨਜ਼ਰ ਆ ਰਹੀ ਆ। ਠੀਕ ਆ, ਕੁਛ ਕੰਮ ਇਹਨਾਂ ਨੇ ਅਧਿਆਪਕਾਂ ਦੇ ਜਾਂ ਜਿਵੇਂ ਤਨਖਾਹ ਵਧਾਉਣ ਦੇ ਕੀਤੇ ਆ, ਕੁਛ ਕੀਤਾ ਹੈ, ਕਿਉਂਕਿ ਵਾਅਦਾ ਤਾਂ ਬਹੁਤ ਵੱਡਾ ਕਰਕੇ ਆਏ ਸੀ। ਇਸ ਕਰਕੇ ਉਹ ਸਾਰਾ ਕੁਝ ਕਰਨ ਦੀ ਬਜਾਏ ਇਸ ਤਰ੍ਹਾਂ ਲੱਗਦਾ ਹੈ ਵੀ ਪਰ ਮੇਨ ਕਨਸੈਪਟ ਜਿਹੜਾ ਹੈਗਾ ਸਾਰੇ ਸਕੂਲਾਂ ਨੂੰ ਇੱਕੋ ਜਿਹੇ ਸਕੂਲ ਬਣਾਉਣ ਦੀ ਬਜਾਏ ਸਾਡੀ ਮੰਗ ਤਾਂ ਇਹ ਹੈਗੀ ਆ ਕਿ ਪੰਜਾਬ ਦੇ ਹਰੇਕ ਚਾਹੇ ਉਹ ਕਿਸੇ ਗਰੀਬ ਦਾ ਬੱਚਾ, ਜਿਵੇਂ ਮੁੱਖ ਮੰਤਰੀ ਸਾਹਿਬ ਖੁਦ ਕਹਿੰਦੇ ਆ ਇਹ ਗੱਲ, ਜਾਂ ਕਈ ਵਾਰੀ ਸਾਡੇ ਸਿੱਖਿਆ ਮੰਤਰੀ ਜੀ ਵੀ ਕਹਿੰਦੇ ਆ ਵੀ ਮਨੀਸ਼ ਸਿਸੋਦੀਆ ਜੀ ਨੂੰ ਇਸ ਕਰਕੇ ਦਿੱਲੀ ਦੀ ਕੇਂਦਰ ਦੀ ਸਰਕਾਰ ਨੇ ਅੰਦਰ ਕੀਤਾ ਹੋਇਆ ਕਿ ਹੁਣ ਉੱਥੇ DC ਦਾ ਬੱਚਾ ਵੀ ਪੜ੍ਹਦਾ ਉਸ ਸਕੂਲਾਂ ਦੇ ਵਿੱਚ, ਉੱਥੇ ਇੱਕ ਗਰੀਬ ਦਾ ਰਿਕਸ਼ੇ ਵਾਲੇ ਦਾ ਵੀ ਬੱਚਾ ਪੜ੍ਹਦਾ। ਪਰ ਸਾਡੇ ਪੰਜਾਬ 'ਚ ਤਾਂ 1.5 ਸਾਲਾਂ 'ਚ ਇਹੋ ਜਿਹੀ ਪੋਜੀਸ਼ਨ ਬਣੀ ਨਹੀਂ ਹੈਗੀ ਕਿ ਵੀ ਸਾਡੇ ਸਕੂਲਾਂ ਦੇ ਵਿੱਚ ਇੱਦਾਂ ਦੀ ਪੋਜੀਸ਼ਨ ਆਵੇ ਕਿ ਲਾਈਨਾਂ ਲੱਗ, ਉਹ ਲਾਈਨਾਂ ਤਾਂ ਜਦੇ ਲੱਗਣਗੀਆਂ ਜਦੋਂ ਅਸੀਂ ਦਾਖਲੇ ਲਈ ਜਾਂਦੇ ਹਾਂ। ਜਦੋਂ ਅਗਲੇ ਸਵਾਲ ਇਹ ਕਰਦੇ ਹਾਂ ਕਿ ਸਕੂਲ 'ਚ ਅਧਿਆਪਕ ਕਿੰਨੇ ਆ, ਤਾਂ ਜਦੋਂ ਪ੍ਰਾਇਮਰੀ ਸਕੂਲ ਦਾ ਅਧਿਆਪਕ ਇਹ ਗੱਲ ਕਹਿੰਦਾ ਹੈ ਕਿ ਸਾਡੇ ਸਕੂਲ ਦੇ ਵਿੱਚ 2 ਅਧਿਆਪਕਾਂ 7 ਕਲਾਸਾਂ ਹੈ, ਤਾਂ ਫਿਰ ਮਾਪੇ ਸਵਾਲ ਖੜਾ ਕਰਦੇ ਆ ਕਿ 7 ਕਲਾਸਾਂ ਨੂੰ 2 ਅਧਿਆਪਕ ਕਿਵੇਂ ਪੜ੍ਹਾਉਣਗੇ, ਜਿਨ੍ਹਾਂ ਨੇ ਬਾਕੀ ਜਿਹੜਾ ਤੁਸੀਂ ਕਿਹਾ ਵੀ ਕੱਛ 'ਚ ਡਾਕ ਲੈ ਕੇ ਅੱਗੇ ਭੇਜਣੀ, ਇਹ ਕਰਨਾ ਉਹ ਕਰਨਾ, ਮਿਡ ਡੇ ਮੀਲ ਦਾ ਕੰਮ ਵੀ ਕਰਨਾ ਸਾਰਾ, ਤੇ ਬਾਕੀ ਜਿਹੜੀ ਬਿਲਡਿੰਗ ਆ ਜਿਹੜੀ ਉਹਦੇ ਤੇ ਵੀ ਸਕੱਤਰ ਦੇ ਤੌਰ ਦੇ ਉੱਤੇ ਅਧਿਆਪਕ ਨੇ ਕੰਮ ਕਰਨਾ, ਤੇ ਸਾਰਾ ਕੁਝ ਲੋਕ ਜਾਣਦੇ ਹੋਏ ਫਿਰ ਉਹ ਪਿੱਛੇ ਮੁੜ ਜਾਂਦੇ ਆ। ਇਸੇ ਤਰ੍ਹਾਂ ਮਿਡਲ ਸਕੂਲ ਦੇ ਵਿੱਚ ਜਦੋਂ ਆਪਣੇ ਸੀਨੀਅਰ ਸਟਰਕਚਰ ਦੇ ਵਿੱਚ ਉਹ ਸੀਨੀਅਰ ਸੈਕੰਡਰੀ ਸਟਰਕਚਰ ਦੇ ਵਿੱਚ ਉਹ ਚਾਹੁੰਦੇ ਆ ਕਿ ਸਾਡੇ ਬੱਚੇ ਨੂੰ ਸਬਜੈਕਟ ਦਾ ਐਕਸਪਰਟ ਲੈਕਚਰਰ ਮਿਲੇ ਜਾਂ ਐਕਸਪਰਟ ਅਧਿਆਪਕ ਮਿਲੇ, ਉੱਥੇ ਜਦੋਂ ਨਹੀਂ ਮਿਲਦਾ ਹੈਗਾ ਤਾਂ ਲੋਕ ਕਿਤੇ ਨਾ ਕਿਤੇ ਫਿਰ ਇਸ ਸਿਸਟਮ ਤੋਂ ਬੇਮੁਖ ਹੁੰਦੇ ਆ। ਸਭ ਤੋਂ ਬੇਸਿਕ ਜ਼ਰੂਰਤ ਹੈਗੀ ਆ ਕਿ
ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪ੍ਰਾਇਮਰੀ ਦਾ ਜਿਹੜਾ ਸਿਸਟਮ ਆ ਉੱਥੇ ਕਲਾਸ ਵਾਈਜ਼ ਅਧਿਆਪਕ ਸਰਕਾਰ ਦੇਵੇ। ਜੇ ਕਿਸੇ ਕਲਾਸ ਦੇ ਵਿੱਚ ਬੱਚਿਆਂ ਦੀ ਗਿਣਤੀ 20-25 ਤੋਂ ਵੱਧ ਆ ਤਾਂ ਅਗਲੇ ਸੈਕਸ਼ਨ ਲਈ ਅਧਿਆਪਕ ਦੇਵੇ, ਔਰ ਉਸ ਤੋਂ ਬਾਅਦ ਅਪਰ ਪ੍ਰਾਇਮਰੀ ਦੇ ਲਈ ਸਬਜੈਕਟ ਵਾਈਜ਼ ਅਧਿਆਪਕ ਦੇਵੇ। ਪਹਿਲਾਂ ਅਧਿਆਪਕ ਦੇਵੇ, ਪਹਿਲਾਂ ਇਹ ਦੇਖਣਾ, ਇਹ ਕਹਿਣਾ ਕਿ ਬੱਚੇ ਘੱਟ ਆ, ਇਹ ਕਦੇ ਨਹੀਂ ਹੁੰਦਾ। ਜਦੋਂ ਵੀ ਕੋਈ ਦੁਕਾਨ ਖੋਲ੍ਹੀ ਜਾਂਦੀ ਆ ਤਾਂ ਪਹਿਲਾਂ ਉੱਥੇ ਸੌਦਾ ਪਾਇਆ ਜਾਂਦਾ ਹੈ, ਉਹ ਤੋਂ ਬਾਅਦ ਗਾਹਕ ਆਉਣੇ ਸ਼ੁਰੂ ਹੁੰਦੇ ਆ, ਫਿਰ 1-2 ਸਾਲਾਂ 'ਚ ਪਤਾ ਲੱਗਦਾ। ਸਾਡਾ ਤਾਂ ਸਿਸਟਮ ਇੰਨਾ ਪਹਿਲਾਂ ਇੰਨਾ ਲੈਪਸ ਹੋ ਚੁੱਕਿਆ ਹੈ ਕਿ ਅਧਿਆਪਕਾਂ ਦੀ ਗਿਣਤੀ ਘਟਦੀ ਇਸ ਕਦਰ ਤੱਕ ਘਟ ਗਈ ਕਿ ਲੋਕਾਂ ਨੂੰ ਮਜਬੂਰੀ ਬਸ ਆਪਣੇ ਬੱਚੇ ਆ ਜਿਹੜੇ ਉਹ ਸਰਕਾਰੀ ਸਕੂਲਾਂ ਤੋਂ ਪ੍ਰਾਈਵੇਟ, ਮੈਂ ਤਾਂ ਕਹੂੰਗਾ ਕਿ ਬਹੁਤ ਸਾਰੇ ਇੱਦਾਂ ਦੇ ਆ ਵੀ ਵਪਾਰੀਆਂ ਕੋਲੇ ਭੇਜਣੇ ਪੈ ਗਏ ਮਜਬੂਰੀ ਬਸ। ਉਹ ਤੋਂ ਜੇ ਰੋਕਣਾ ਸੱਚੀ ਮੁੱਚੀ ਸਰਕਾਰ ਦੀ ਦਿਲੀ ਇੱਛਾ ਹੈ ਤਾਂ ਫਿਰ ਪਹਿਲਾਂ ਧੜਾ ਅਧਿਆਪਕਾਂ ਦੀ ਭਰਤੀ ਕਰਕੇ ਇਹ ਉਸ ਲਾਈਨ 'ਚੋਂ ਬਾਹਰ ਆਉਣਾ ਪਊਗਾ ਵੀ 60 ਬੱਚਿਆਂ ਤੱਕ 2 ਅਧਿਆਪਕ ਦੇਣੇ ਆ। ਉਹ ਤਾਂ ਫਿਰ ਪਹਿਲੇ ਵੀ ਕਰਦੇ ਸੀਗੇ, ਪਹਿਲੀਆਂ ਦੋਹੇ ਪਾਰਟੀਆਂ ਕਰਦੀਆਂ ਰਹੀਆਂ, ਚਾਰੇ ਚਾਹੇ ਅਲਾਇੰਸ ਦੀਆਂ ਸਰਕਾਰਾਂ ਬਣਦੀਆਂ ਰਹੀਆਂ, ਉਹਨਾਂ ਨੂੰ ਲੋਕਾਂ ਨੇ ਨਕਾਰਿਆ, ਫਿਰ ਤਾਂ ਇਹਨਾਂ ਨੂੰ ਵੀ ਲੋਕ ਅਸੈਪਟ ਨਹੀਂ ਕਰਨਗੇ। ਬਿਲਕੁਲ ਜੀ, ਜੇਕਰ ਸਿੱਖਿਆ ਦਾ ਪ੍ਰਬੰਧ ਮਿਆਰ ਉੱਚਾ ਵਧੀਆ ਨਾ ਕੀਤਾ ਗਿਆ ਤਾਂ ਫਿਰ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਨਕਾਰ ਵੀ ਸਕਦੇ ਆ। ਇਹ ਜ਼ਰੂਰੀ ਨਹੀਂ ਕਿ ਤੁਸੀਂ ਅਧਿਆਪਕਾਂ ਨੂੰ ਜਹਾਜ਼ ਭਰ ਕੇ ਸਿੰਗਾਪੁਰ ਦੇ ਗੇੜੇ ਮਰਵਾ ਕੇ ਆ ਜਾਓ, ਤੇ ਜਾਂ ਫਿਰ ਤੁਸੀਂ 117 ਸਕੂਲ ਆਫ ਐਮੀਨੈਂਸ ਖੋਲ੍ਹ ਕੇ ਇਹ ਦਾਅਵਾ ਕਰਦੇ ਹੋ ਕਿ ਬਹੁਤ ਵਧੀਆ ਸਿੱਖਿਆ ਪ੍ਰਬੰਧ ਚੱਲ ਰਹੇ ਨੇ। ਬਾਕੀ ਦੇ ਜਿਹੜੇ 20,000 ਸਕੂਲ ਨੇ ਉਹ ਕਿੱਥੇ ਜਾਣਗੇ? ਉਹਨਾਂ ਦੇ ਵਿੱਚ ਪੜ੍ਹਦੇ ਬੱਚਿਆਂ ਦਾ ਵੀ ਹੱਕ ਬਣਦਾ ਹੈ ਕਿ ਵਧੀਆ ਸਿੱਖਿਆ ਮਿਲੇ, ਚੰਗੇ ਪ੍ਰਬੰਧ ਹੋਣ। ਜੇਕਰ ਇਹ ਪ੍ਰਬੰਧ ਨਾ ਹੋਏ ਤਾਂ ਸਰਕਾਰਾਂ ਇੱਥੇ ਬਣਦੀਆਂ ਵੀ ਰਹੀਆਂ, ਸਰਕਾਰਾਂ ਟੁੱਟਦੀਆਂ ਵੀ ਰਹੀਆਂ। ਇਹ ਗਵਰਨਮੈਂਟ ਟੀਚਰ ਯੂਨੀਅਨ ਪ੍ਰਧਾਨ ਸਾਡੇ ਨਾਲ ਸੁਖਵਿੰਦਰ ਸਿੰਘ ਚਾਹਲ ਜੀ ਸਨ। ਚਾਹਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਇਹ ਸਮਾਂ ਕੱਢਿਆ, ਸਾਡੇ ਨਾਲ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ, ਔਰ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਸਾਡੀ ਇਸ ਗੱਲਬਾਤ ਵਿੱਚ ਜੁੜੇ ਰਹੇ। ਅਸਲ ਕੀ ਹੈ, ਸਿੱਖਿਆ ਸਾਡੀ ਕਿਉਂ ਦਿਨ ਬ ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ, ਪ੍ਰਬੰਧ ਕਿਉਂ ਚਰਮਰਾ ਰਹੇ ਨੇ? ਗੱਲ ਇੱਥੇ ਨੀਤੀਆਂ ਦੀ ਨਹੀਂ, ਨੀਤਾਂ ਦੀ ਹੈ। ਦੇਖਦੇ ਰਹੋ ਲਾਈਵ ਪੰਜਾਬੀ ਟੀਵੀ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵਰਲਡ ਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ eBaba ਤੇ ਦੇਖ ਸਕਦੇ ਹੋ। USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ, ਲਾਈਵ ਪੰਜਾਬੀ ਟੀਵੀ।